ਅੱਜ ਤੁਹਾਨੂੰ ਇੱਕ ਅਜਿਹੇ ਖਜ਼ਾਨੇ ਦੇ ਦਰਸ਼ਨ ਕਰਵਾਉਣੇ ਆ ਜਿਹੜਾ ਸ਼ਾਇਦ ਤੁਹਾਨੂੰ ਕਿਸੇ ਜਵੈਲਰੀ ਸ਼ਾਪ ਤੇ ਜਾ ਕੇ ਜਾਂ ਸੁਨਿਆਰਿਆਂ ਦੀ ਦੁਕਾਨ ਤੇ ਜਾਂ ਹੋਰ ਦੁਕਾਨਾਂ ਤੇ ਜਿੱਥੇ ਆਪਾਂ ਕਹਿੰਦੇ ਆ ਵੀ ਕੀਮਤੀ ਸਮਾਨ ਮਿਲਦਾ ਹੈ ਉੱਥੇ ਵੀ ਨਹੀਂ ਮਿਲਣਾ। ਇਹ ਕੀ ਹੈ ਜੀ? ਇਹ ਦੇਖੋ ਜੀ, ਕੱਲ ਮੈਂ ਦਿੱਤੂਪੁਰ ਪਿੰਡ ਤੋਂ ਲੈ ਕੇ ਆਇਆ ਜੀ, ਸਾਡੀ ਰਿਸ਼ਤੇਦਾਰੀ ਆ। ਉਹਨਾਂ ਨੇ ਮੈਨੂੰ ਇਹ ਚੁੰਗਣੀ ਕਹਿ ਕੇ ਦਿੱਤੀ ਆ। ਆ ਢੱਕਣ ਲੱਗਦਾ ਉੱਪਰ। ਜੱਟ ਦਾ ਮਿਊਜ਼ੀਅਮ ਖੋਲ੍ਹ ਲਿਆ ਜੀ। ਜਦ ਕਿ ਜੇ ਚੰਡੀਗੜ੍ਹ ਬਣਿਆ ਜਦ ਉੱਥੇ ਲੋਕਾਂ ਨੇ ਸਮਾਨ ਕੱਢ ਬਹੁਤ ਸਿੱਟਿਆ, ਬਰਾਨ ਹੋਇਆ ਸਮਾਨ ਦਾ। ਕਿਉਂਕਿ ਮੇਰੇ ਨਾਨਾ ਜੀ ਮਾਮਾ ਜੀ ਉਹਨੇ ਬਲਦਾਂ ਦੀ ਖੇਤੀ ਸੀ, ਤਿੰਨ ਉਹਨਾਂ ਕੋਲ ਗੱਡੇ ਤੇ ਵਧੀਆ ਟੌਪ ਦੇ ਬਲਦ ਰੱਖਣੇ, ਚੰਗੇ ਗੱਡੇ ਤੇ। ਪਰ ਘਰ ਦਾ ਸਮਾਨ ਇੰਨਾ ਵਧੀਆ ਤਾਂ ਦਲਾਨ ਤੇ ਛੱਤੇ ਵੇ ਕੋਠੀਆਂ ਗੁੜ ਨੂੰ ਪਾਈਆਂ ਵੀਆਂ, ਬੜੇ ਕੰਮ ਦੇ ਉਹਨਾਂ ਕੋਲ ਸੰਦੂਕ ਤੇ ਇੱਕ ਪਰ ਤਿੰਨ ਖੜਾਏ ਗਏ ਦਲਾਨਾਂ 'ਚ। ਤਾਂ ਮੈਨੂੰ ਜ਼ਿਆਦਾ ਸ਼ੌਂਕ ਉੱਥੇ ਯਾਨੀ ਜਿਹੜਾ ਮੇਰਾ ਹਿਸਾਬ ਕਹਿੰਦਾ ਵੀ ਉਹ 1104 ਤੋਂ ਲੈ ਕੇ ਸ਼ਾਹ ਆਲਮ ਦੇ ਟਾਈਮ ਦੀਆਂ ਮੋਹਰਾਂ ਚਾਂਦੀ ਦੀਆਂ ਤੇ 2021 ਤੱਕ ਦਾ ਆਪਣੇ ਕੋਲ ਲਗਭਗ, ਯਾਨੀ ਮੈਂ ਸਾਰਾ ਨਹੀਂ ਕਹਿ ਸਕਦਾ ਸਮਾਨ। ਨਲਕਾ ਬਹੁਤ ਬੜਾ ਜੀ। ਇਹ ਨਲਕਾ ਤਾਂ ਜੀ ਅਜੇ ਵੀ ਬੜਾ ਹੈ, ਇਦੋਂ ਵੀ ਛੋਟੇ ਹੁੰਦੇ ਤੇ 1 ਨੰਬਰ ਜੀ। ਇਹ ਉਹ ਨਲਕਾ ਤਾਂ ਨਹੀਂ ਜਿਹੜਾ ਸਨੀ ਦਿਓਲ ਨੇ ਪੱਟਿਆ ਜਿਹੜਾ? ਹਾਂ, ਉਕਾਣਾ ਦਾ ਹੀ ਹੈ ਜੀ, ਇਹਨੂੰ ਕੁੱਤਾ ਨਲਕਾ ਕਹਿੰਦੇ ਆ ਜੀ। ਕੁੱਤਾ ਨਲਕਾ? ਹਾਂ ਜੀ, ਕੁੱਤਾ ਨਲਕਾ। ਅੱਗੇ ਆਪਣੇ ਕੋਲ ਪਾਣੀ ਹੁੰਦੇ ਤੇ ਜ਼ਿਆਦਾ ਉੱਪਰ ਆ, ਤਾਂ ਉੱਪਰ ਪਾਣੀ ਕਰਕੇ ਇਹੀ ਨਲਕੇ ਚੱਲਦੇ ਤੇ। ਇੰਨਾ ਕੁ ਨਲਕਾ ਪੱਟ ਕੇ ਉਹ ਤਾਂ ਜੀ ਬਹੁਤ ਵੱਡਾ ਬਹਾਦਰ ਬਣੀ ਫਿਰਦਾ। ਇਹ ਕਿਧਰੇ ਨੂੰ ਡਿੱਗਦੀ ਹੋਣੀ ਹੈਗੀ। ਇਹ ਕੀ ਚੀਜ਼ ਹੈ ਜੀ? ਇਹ ਪ੍ਰਤਾਪਾ ਹੈ ਜੀ। ਇਹ ਪ੍ਰਤਾਪਾ? ਹਾਂ ਜੀ ਹਾਂ, ਬੱਚਿਆਂ ਦੀ ਖੇਲ ਆ। ਇਹ 2 ਲੱਤਾਂ ਵਾਲਾ, ਇੱਕ ਆ ਪਿਆ ਇੱਕ ਵਾਲਾ। ਆ ਦੇਖੋ ਇਹਦਾ ਇੱਕ ਵਾਲੇ ਦਾ ਕਿੰਨਾ ਬੈਲੈਂਸ ਬਣਾਇਆ ਵਾ, ਦੇਖੋ ਖੜਾ ਉਂਗਲੀ ਪਰ। ਇਹਨੂੰ ਜਿੱਧਰ ਨੂੰ ਮਰਜੀ ਗੇੜ ਦਿਓ ਜੀ, ਇਹ ਗਿਰੂਗਾ ਨਹੀਂ। ਇਹ ਤੇ ਬਹੁਤ ਸਨਮਾਨ ਵਗੈਰਾ ਹੋਏ ਹੋਣੇ ਆ ਤੁਹਾਡੇ, ਬਹੁਤ ਲੋਕਾਂ ਨੇ ਤੁਹਾਨੂੰ ਤੇ ਮਿਲ ਕੇ ਇੱਥੇ ਤੇ ਇਲਾਕੇ ਦੇ ਵਿੱਚ ਤਾਂ ਬਲਾ ਫੰਕਸ਼ਨਾਂ 'ਚ ਮੋਮੈਂਟੋ ਦਿੰਦੇ ਹੋਣੇ ਤੁਹਾਨੂੰ? ਨਹੀਂ ਜੀ, ਅੱਜ ਤੱਕ ਕਿਸੇ ਨੇ ਕੋਈ ਸਨਮਾਨ ਨਹੀਂ ਕਰਿਆ ਸਾਨੂੰ। ਜਾ ਕੇ ਗੁਰਦੁਆਰਾ ਸਾਹਿਬਾਂ 'ਚ ਰਾਤਾਂ ਕੱਟ ਕੇ ਸਮਾਨ ਇਕੱਠਾ ਕਰਿਆ, ਅੱਡਿਆਂ 'ਚ ਪੈ ਕੇ ਸਮਾਨ ਇਕੱਠਾ ਕਰਿਆ। ਪਰ ਹੁਣ ਮੈਂ ਆਪਣਾ ਇੰਨੀ 23-24 ਸਾਲ ਦੀ ਮਿਹਨਤਾਂ ਇੱਕ ਦਿਨ 'ਚ ਦੇਣੇ ਨੂੰ ਤਾਂ ਕੋਈ ਲੱਗਣਾ। ਮੇਰੇ ਭਾਈ ਭਤੀਜੇ ਮੈਨੂੰ ਕਹਿੰਦੇ ਵੀ ਤੈਨੂੰ 3 ਕਿੱਲੇ ਜ਼ਮੀਨ ਦੇ ਮਿਲਦੇ ਆ, 3 ਤੇਰੇ ਕੋਲੋਂ, ਤੇਰੇ 6 ਕਿੱਲੇ ਹੋ ਜਾਣਗੇ, ਤੇਰਾ ਵਧੀਆ ਰੁਜ਼ਗਾਰ ਚੱਲ ਪਊਗਾ, ਤੂੰ ਸਮਾਨ ਦੇ ਦੇ। ਪਰ ਮੈਂ ਦਿੱਤਾ ਨਹੀਂ। ਹੁਣ ਤੁਸੀਂ ਚਲੋ ਆਪਣੇ ਕੋਲ ਐਡਾ ਟਾਈਮ ਨਹੀਂ ਤਾਂ ਮੈਂ ਰਸਮਾਂ ਤੁਹਾਨੂੰ ਜੰਮਣ ਤੇ ਲੈ ਕੇ ਮਰਨ ਤੱਕ ਦੀਆਂ ਇੰਨੀਆਂ ਕੁ ਦੱਸ ਦਿੰਦਾ, ਜਿਹੜੇ 70-75 ਸਾਲ ਦੇ ਹੋਣਗੇ ਉਹਨਾਂ ਨੂੰ ਵੀ ਨਹੀਂ ਪਤਾ। ਸਤਿ ਸ੍ਰੀ ਅਕਾਲ ਦੋਸਤੋ। ਅੱਜ ਦੀ ਇਹ ਇੰਟਰਵਿਊ ਇੰਨੀ ਜ਼ਿਆਦਾ ਖੂਬਸੂਰਤ ਹੋਣ ਜਾ ਰਹੀ ਹੈ ਕਿ ਇਹਨੂੰ ਤੁਸੀਂ ਵਾਰ-ਵਾਰ ਵੇਖੋਗੇ ਤੇ ਸਭਨਾਂ ਨੂੰ ਵਿਖਾਓਗੇ। ਅੱਜ ਤੁਹਾਨੂੰ ਇੱਕ ਅਜਿਹੇ ਖਜ਼ਾਨੇ ਦੇ ਦਰਸ਼ਨ ਕਰਵਾਉਣੇ ਆ ਜਿਹੜਾ ਸ਼ਾਇਦ ਤੁਹਾਨੂੰ ਕਿਸੇ ਜਵੈਲਰੀ ਸ਼ਾਪ ਤੇ ਜਾ ਕੇ ਜਾਂ ਸੁਨਿਆਰਿਆਂ ਦੀ ਦੁਕਾਨ ਤੇ ਜਾਂ ਹੋਰ ਦੁਕਾਨਾਂ ਤੇ ਜਿੱਥੇ ਆਪਾਂ ਕਹਿੰਦੇ ਆ ਵੀ ਕੀਮਤੀ ਸਮਾਨ ਮਿਲਦਾ ਹੈ ਉੱਥੇ ਵੀ ਨਹੀਂ ਮਿਲਣਾ। ਕਿਉਂਕਿ ਇਹ ਸਮਾਨ ਅਜਿਹਾ ਕਹਿੰਦੇ ਮੁਗਲਾਂ ਦੇ ਸਮੇਂ ਦਾ ਵੀ ਸਮਾਨ ਪਿਆ ਏ ਬਾਈ ਜੀ ਦੇ ਕੋਲ। ਤੇ ਜੇ ਕਦੇ ਕਿਤੇ ਆਉਣਾ ਹੋਵੇ ਫਤਿਹਗੜ੍ਹ ਸਾਹਿਬ ਸਾਈਡ ਤਾਂ ਬਸੀ ਪਠਾਣਾ ਦੇ ਵਿੱਚ ਜੱਟ ਦੇ ਮਿਊਜ਼ੀਅਮ 'ਤੇ ਜ਼ਰੂਰ ਆਇਓ। ਤੇ ਬਾਈ ਜੀ ਲੋਕੇਸ਼ਨ ਲਗਾ ਲਿਓ, ਜੱਟ ਦਾ ਮਿਊਜ਼ੀਅਮ ਬਸੀ ਪਠਾਣਾ, ਤੇ ਆਪਣੇ ਆਪ ਫਿਰ ਤੁਹਾਨੂੰ ਗੂਗਲ ਮੈਪ ਲੈ ਆਊਗਾ। ਤੇ ਉਹੀ ਗੂਗਲ ਮੈਪ ਅੱਜ ਸਾਨੂੰ ਵੀ ਇੱਥੇ ਲਿਆ ਆ ਜੱਟ ਦੇ ਮਿਊਜ਼ੀਅਮ 'ਤੇ। ਤੇ ਆ ਜਾਓ ਤੁਹਾਨੂੰ ਦਰਸ਼ਨ ਕਰਵਾਉਂਦੇ ਆ। ਸਮਾਨ ਇੰਨਾ ਪੁਰਾਣਾ ਪਰ ਇਹਦੀ ਕੀਮਤ ਨਹੀਂ ਲਗਾਈ ਜਾ ਸਕਦੀ। ਆ ਜਾਓ, ਇਹ ਹੈ ਜੀ ਜੱਟ ਦਾ ਮਿਊਜ਼ੀਅਮ, ਜਿੱਥੇ ਤੁਹਾਨੂੰ ਮੁਗਲ ਕਾਲ ਤੋਂ ਲੈ ਕੇ 2021 ਯਾਨੀ ਕਿ ਅੱਜ ਦੀਆਂ ਚੀਜ਼ਾਂ ਵੀ ਮਿਲਣਗੀਆਂ। ਤੇ ਬਾਈ ਜੀ ਹੋਰੀ ਨੇ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਠੀਕ ਹੋ ਜੀ? ਹਾਂਜੀ ਵਧੀਆ ਜੀ, ਕਿਰਪਾ ਮਹਾਰਾਜ ਦੀ। ਜੱਟ ਦਾ ਮਿਊਜ਼ੀਅਮ ਖੋਲ੍ਹ ਲਿਆ ਜੀ? ਨਹੀਂ, ਮਿਊਜ਼ੀਅਮ ਤਾਂ ਜੀ ਕਾਹਦਾ, ਚਲੋ ਮਾੜਾ ਮੋਟਾ ਸਮਾਨ ਆ ਜੀ। ਇਹ ਤਾਂ ਇੱਕ ਮੁੰਡੇ ਆਏ ਤੇ ਮੋਗੇ ਕਨੀ, ਤੇ ਉਹ ਇਹਦਾ ਉਹ ਬਣਾ ਕੇ ਤੇ ਵਿਚਾਰੇ ਥੋੜ੍ਹੇ ਜਿਹਾ ਹੈਰਾਨ ਹੋਏ ਆ। ਫੋਨ ਹੋ ਗਿਆ ਤਾਂ ਬੰਦ।
ਉਹ ਕਹਿੰਦੇ ਵੀ ਤੇਰੀ ਬਾਈ ਲੋਕੇਸ਼ਨ ਬਣਾ ਦਿੰਦੇ ਆ ਵੀ ਤੂੰ ਜੇ ਕਈ ਵਾਰੀ ਫੋਨ ਬੰਦ ਹੋ ਜਾਵੇ ਨਾ ਪਤਾ ਲੱਗੇ ਤਾਂ ਅਗਲਾ ਸਿੱਧਾ ਆਪਣੇ ਤੁਹਾਡੇ ਘਰ ਆ ਜਾਇਆ ਕਰੂਗਾ। ਹਾਂ ਉਹ ਬਣਾ ਕੇ ਗਏ ਤੇ ਜੀ, ਉਹਨਾਂ ਨੇ ਨਾਂ ਰੱਖਤਾ ਤਾਂ ਆਪਣਾ ਕੋਈ ਵਿਚਾਰ ਨਹੀਂ ਤਾਂ ਨਾ ਆਪਾਂ ਨੇ ਨਾਂ ਰੱਖਿਆ ਤਾ ਜੀ। ਅੱਛਾ, ਤੇ ਬਾਈ ਜੀ ਹੋਰਾਂ ਦਾ ਨਾਮ ਹੈ ਸਤਨਾਮ ਸਿੰਘ, ਤੇ ਸਤਨਾਮ ਸਿੰਘ ਜੀ ਨੇ ਇੰਨਾ ਜ਼ਿਆਦਾ ਹੁਣ ਸਮਾਨ ਇਕੱਠਾ ਕਰ ਲਿਆ ਕਿ ਇਹਨਾਂ ਨੂੰ ਕਰੋੜਾਂ ਦੇ ਵਿੱਚ ਇਸ ਦੀ ਕੀਮਤ ਮਿਲ ਰਹੀ ਹੈ, ਪਰ ਦਿੰਦੇ ਨਹੀਂ ਹੈਗੇ। ਪਹਿਲਾਂ ਸਵਾਲ ਸ਼ੁਰੂਆਤ ਤੋਂ ਕਰਦੇ ਹਾਂ, ਕਿਵੇਂ ਸ਼ੌਂਕ ਪੈਂਦਾ ਸਤਨਾਮ ਸਿੰਘ ਜੀ ਨੂੰ ਇਹ ਚੀਜ਼ਾਂ ਇਕੱਠੀਆਂ ਕਰਨ ਦਾ? ਘਰ ਦੇ ਵਿੱਚ ਕੋਈ ਪਹਿਲੇ ਕਰਦਾ ਸੀ ਜਾਂ ਕਿਸ ਤਰ੍ਹਾਂ ਹੁੰਦਾ ਜੀ? ਨਹੀਂ, ਪਹਿਲਾਂ ਸਾਡੇ ਘਰ 'ਚ ਕੋਈ ਨਹੀਂ ਤਾ ਜੀ ਕਰਦਾ, ਇਹ ਮੈਨੂੰ ਇਹ ਸ਼ੌਂਕ ਆ। ਮੈਨੂੰ ਵੀ ਸ਼ੌਂਕ, ਮੈਂ ਆਪਣੇ ਨਾਨਕਿਆਂ ਪੜ੍ਹਿਆ ਜੀ, ਪੁਆਧ 'ਚ ਕੁੰਬੜਾ ਸਵਾਣਾ ਪਿੰਡ ਆ। ਜਦ ਕਿ ਜੇ ਚੰਡੀਗੜ੍ਹ ਬਣਿਆ ਹੈ, ਜਦ ਉੱਥੇ ਲੋਕਾਂ ਨੇ ਸਮਾਨ ਕੱਢ ਬਹੁਤ ਸਿੱਟਿਆ, ਬਰਾਨ ਹੋਇਆ ਸਮਾਨ ਦਾ, ਕਿਉਂਕਿ ਮੇਰੇ ਨਾਨਾ ਜੀ ਮਾਮਾ ਜੀ ਉਹਨੇ ਬਲਦਾਂ ਦੀ ਖੇਤੀ ਤੀ, ਤਿੰਨ ਉਹਨਾਂ ਕੋਲ ਗੱਡੇ ਤੇ ਵਧੀਆ ਟੌਪ ਦੇ ਬਲਦ ਰੱਖਣੇ, ਚੰਗੇ ਗੱਡੇ ਤੇ ਹਰ ਘਰ ਦਾ ਸਮਾਨ ਇੰਨਾ ਵਧੀਆ ਤਾਂ ਦਲਾਨ ਤੇ ਛੱਤੇ ਵੇ, ਕੋਠੀਆਂ ਗੁੜ ਨੂੰ ਪਾਈਆਂ ਵੀਆਂ, ਬੜੇ ਕੰਮ ਦੇ ਉਹਨਾਂ ਕੋਲ ਸੰਦੂਕ ਤੇ ਇੱਕ ਪਰ ਤਿੰਨ ਖੜਾਏ ਵੇ ਦਲਾਨਾਂ 'ਚ। ਤਾਂ ਮੈਨੂੰ ਜ਼ਿਆਦਾ ਸ਼ੌਂਕ ਉੱਥੇ ਤੋਂ ਪਿਆ ਆਪਣੇ। ਹਾਂ ਬਸ ਸ਼ੌਂਕ ਤਾਂ ਤੁਹਾਨੂੰ ਪਤਾ ਜੀ ਕੋਈ ਮੁੱਲ ਨਹੀਂ ਹੁੰਦਾ। ਬਸ ਫਿਰ ਇਹੋ ਜਿਹਾ ਸ਼ੌਂਕ ਲੱਗਿਆ, ਜਦ ਇੰਨੀ ਗੁੰਜਾਇਸ਼ ਨਹੀਂ ਤੀ, ਫਿਰ ਮੈਂ ਜਦ 20 ਕੁ ਸਾਲ ਦੀ ਮੇਰੀ ਉਮਰ ਹੋ ਗਈ, ਫਿਰ ਮੈਂ ਸਮਾਨ ਇਕੱਠਾ ਕਰਨਾ ਸ਼ੁਰੂ ਕਰਤਾ। ਹੁਣ ਮੈਨੂੰ 22-23 ਸਾਲ ਹੋ ਗਏ ਸਮਾਨ ਇਕੱਠਾ ਕਰਦੇ ਨੂੰ। ਤੇ ਜੇ ਗੱਲ ਕਰੀਏ ਇਸ ਮਿਊਜ਼ੀਅਮ ਦੇ ਵਿੱਚ ਜਾਂ ਇਸ ਕਮਰੇ ਦੇ ਵਿੱਚ ਕਿੰਨੇ ਸੰਨ ਤੋਂ ਲੈ ਕੇ ਕਿੰਨੇ ਸੰਨ ਤੱਕ ਦੀਆਂ ਚੀਜ਼ਾਂ ਪਈਆਂ? ਜੇ ਅੱਜ ਤੱਕ ਦੀਆਂ ਪਈਆਂ ਤਾਂ ਪਿੱਛੇ ਆਪਾਂ ਜਾਈਏ ਕਿੰਨੇ ਸੰਨ ਤੱਕ ਦੀ ਸਭ ਤੋਂ ਪੁਰਾਣੀ? ਦੇਖੋ ਜੀ, ਕਹਿਣੇ ਨੂੰ ਨਹੀਂ ਹੁਣ ਕਹਿ ਸਕਦੇ, ਕਈ ਚੀਜ਼ਾਂ ਦਾ ਆਪਾਂ ਨੂੰ ਗਿਆਨ ਵੀ ਨਹੀਂ ਵੀ ਇਹ ਕਿੰਨੀ ਕੁ ਪੁਰਾਣੀ ਹੋ ਸਕਦੀ ਆ। ਜਾਣੀ ਜਿਹੜਾ ਮੇਰਾ ਹਿਸਾਬ ਕਹਿੰਦਾ ਵੀ ਉਹ 1104 ਤੋਂ ਲੈ ਕੇ ਸ਼ਾਹ ਆਲਮ ਦੇ ਟਾਈਮ ਦੀਆਂ ਮੋਹਰਾਂ ਚਾਂਦੀ ਦੀਆਂ ਤੇ 2021 ਤੱਕ ਦਾ ਆਪਣੇ ਕੋਲ ਲਗਭਗ, ਜਾਣੀ ਮੈਂ ਸਾਰਾ ਨਹੀਂ ਕਹਿ ਸਕਦਾ, ਸਮਾਨ ਹੈ। ਹਾਂਜੀ, ਤੇ ਆਪਾਂ ਬਾਈ ਜੀ ਸਮਾਨ ਵੱਲ ਨੂੰ ਵੀ ਚੱਲਦੇ ਹਾਂ ਨਾਲ ਨਾਲ। ਇਹ ਰੱਥ ਦੇਖਣ ਨੂੰ ਬਹੁਤ ਵਧੀਆ ਸਜਾਇਆ ਹੋਇਆ। ਇਹ ਪਹਿਲਾਂ ਤਾਂ ਇਹੀ ਦੱਸੋ ਜੀ, ਇਹ ਕਦੋਂ ਦਾ ਹੈ? ਇਹ ਰੱਥ ਜੀ ਜਿਹੜੇ ਚੱਲਦੇ ਤੇ 1800 ਤੋਂ ਚੱਲੇ ਆ ਜੀ। ਇਹ 1970 70 ਕੁ ਤੱਕ ਚੱਲਦੇ ਰਹੇ ਆ। 70 ਤੇ ਇਹ ਖੜ ਕੇ ਜਮਾਂ ਹੀ ਖਤਮ ਹੋ ਗਿਆ ਇਹਨਾਂ ਦਾ ਕੰਮ। ਹਾਂ, ਇਹ ਪਹਿਲਾਂ ਤਾਂ ਰਾਣੀ ਮਹਾਰਾਣੀਆਂ ਦੇ ਲਿਆਉਣੇ ਨੂੰ ਵਰਤਦੇ ਤੇ, ਜਿਹੜਾ ਆਪਣੇ ਵਾਲਾ ਭਾਈਚਾਰਾ ਤਾਂ ਉਹ ਤਾਂ ਗੱਡਿਆਂ ਪਰ ਬਹੂਆਂ ਨੂੰ ਲਿਆਉਣ ਤੇ, ਗੱਡਿਆਂ ਤੇ ਵੀ ਪਹਿਲਾਂ ਊਂਟਾਂ ਪਰ ਆਉਂਦਾ ਤਾਂ ਊਂਟਾਂ ਪਰ ਹੁਣ ਐਂ ਨਹੀਂ ਪਤਾ ਹੋਣਾ ਵੀ ਊਂਟ ਦੇ ਉੱਪਰ ਕਿਆ ਪਾਉਂਦੇ ਤੇ। ਊਂਟ ਦੇ ਉੱਪਰ ਕਚਾਵੇ ਪਾਏ ਵੀ ਹੁੰਦੇ ਤੇ, ਕਾਠੀਆਂ ਬਾਅਦ 'ਚੋਂ ਬਣੀਆਂ, ਪਹਿਲਾਂ ਕਚਾਵੇ ਤੇ ਮੰਜੀਆਂ ਵਰਗੇ ਹੁੰਦੇ ਤੇ। ਦੋ ਪਾਸੇ ਨੂੰ ਗੇਰ ਲੈਂਦੇ ਤੇ ਉਹਨੂੰ ਕਚਾਵਿਆਂ ਨੂੰ, ਇੱਕ ਪਾਸੇ ਨੂੰ ਲੱਤਾਂ ਕੱਢ ਕੇ ਜਿਕਣ ਸਾਈਕਲ ਪਰ ਬਹਿੰਦੇ ਆ, ਮੋਟਰਸਾਈਕਲ ਪਰ ਬਹਿੰਦੇ ਆ, ਇੱਕ ਪਾਸੇ ਨੂੰ 2 ਸਵਾਰੀਆਂ ਬਹਿੰਦੀਆਂ ਤੇ ਇੱਕ ਪਾਸੇ ਨੂੰ 2 ਬਹਿੰਦੀਆਂ ਤੀਆਂ, ਇੱਕ ਉੱਪਰ ਬਹਿ ਜਾਂਦੀ ਤੀ। 5 ਜੀ ਇੱਕ ਊਂਟ ਨੂੰ ਚੱਕ ਲੈਂਦਾ ਤਾ, ਉਹਦੇ ਪਰ ਵਿਆਹ ਕੇ ਲਿਆਉਂਦੇ ਹੁੰਦੇ ਤੇ। ਜਾਂ ਬਾਹਰ ਅੰਦਰ ਜਾਣਾ ਕਿਤੇ ਤਾਂ ਕਚਾਵਾ ਪਾ ਲੈਣਾ, ਕਚਾਵੇ ਦੇ ਬਾਅਦ ਫਿਰ ਕਾਠੀਆਂ ਆ ਗਈਆਂ, ਫਿਰ ਉਹਦੇ ਪਰ 2 ਸਵਾਰੀਆਂ ਬੈਠਣ ਲੱਗ ਗਈਆਂ। 2 ਸਵਾਰੀਆਂ ਦਾ ਮਤਲਬ ਤਾਂ ਜੇ ਤਾਂ ਮੁੰਡਾ ਆਪਣੇ ਘਰ ਵਾਲੀ ਨੂੰ ਲੈ ਕੇ ਆਊਗਾ ਤਾਂ ਘਰ ਵਾਲੀ ਪਿੱਛੇ ਬੈਠੂਗੀ ਕਾਠੀ ਦੇ, ਮੁੰਡਾ ਮੂਹਰੇ ਬੈਠੂਗਾ। ਜੇ ਉਹ ਆਪਣੀ ਭੈਣ ਨੂੰ ਲੈ ਕੇ ਆਊਗਾ ਤਾਂ ਭੈਣ ਮੂਹਰੇ ਬੈਠੂਗੀ, ਆਪ ਪਿੱਛੇ ਬੈਠੂਗਾ। ਇਹਦੇ ਵਿੱਚ ਜਿਹੜਾ ਲੋਕ ਆਉਣੇ ਜਾਣੇ ਵਾਲੇ ਹੁੰਦੇ ਤੇ, ਰਾਹੀ ਹੁੰਦੇ ਤੇ, ਉਹ ਟੀਚਰ ਦੇਖ ਕੇ ਕਰਦੇ ਤੇ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਵੀ ਇਹਦੀ ਭੈਣ ਆ ਤਾਂ ਇਹਨੂੰ ਟੀਚਰ ਕਰੀਏ, ਜੇ ਨਾ ਕਰੀਏ, ਜੇ ਇਹਦੇ ਘਰ ਵਾਲੀ ਆ ਤਾਂ ਟੀਚਰ ਕਰੀਏ। ਉਹ ਹਿਸਾਬ ਕਿਤਾਬ ਹੁੰਦਾ ਤਾਂ। ਅੱਛਾ, ਮਤਲਬ ਕਿ ਦੱਸਿਆ ਜਾਂਦਾ ਵੀ ਪਹਿਚਾਣ ਸਕਣ ਵੀ ਇਹ ਬੰਦਾ ਘਰ ਵਾਲੀ ਨਾਲ ਕਿ ਭੈਣ ਨਾਲ, ਭੈਣ ਗੈਲਾ ਕਿ ਘਰ ਵਾਲੀ ਗੈਲਾ, ਤਾਂ ਉਹਦਾ ਆਹੀ ਹਿਸਾਬ ਕਿਤਾਬ ਤਾਂ ਵੀ ਭੈਣ ਨੂੰ ਮੂਹਰੇ ਬਿਠਾ ਲਦਾ ਤਾਂ ਘਰ ਵਾਲੀ ਨੂੰ ਪਿੱਛੇ ਬਿਠਾ ਲਦਾ ਤਾਂ। ਮੈਂ ਬਾਈ ਸਤਨਾਮ ਸਿੰਘ ਜੀ ਹੋਰਾਂ ਦੀ ਇੱਕ ਖਾਸੀਅਤ ਦੱਸਾਂ ਵੀ ਇਹਨਾਂ ਨੇ ਸਿਰਫ ਇਹ ਸਮਾਨ ਹੀ ਨਹੀਂ ਸਾਂਭਿਆ ਹੋਇਆ, ਇਹਨਾਂ ਦੇ ਕੋਲ ਅਜਿਹੀਆਂ ਗੱਲਾਂ, ਜਾਣਕਾਰੀ, ਖਜ਼ਾਨਾ ਹੈ। ਤੇ ਮਤਲਬ ਇਹ ਚੀਜ਼ਾਂ ਸਾਨੂੰ ਬਹੁਤ ਜ਼ਰੂਰੀ ਹੈ ਸਾਡੇ ਬੱਚਿਆਂ ਦੇ ਲਈ, ਸਾਡੀਆਂ ਪੀੜ੍ਹੀਆਂ ਦੇ ਲਈ। ਮੈਂ ਕਹਿੰਦਾ ਜਿਹੜੇ ਅੱਜ 50-50 60-60 ਸਾਲ ਦੇ ਹੋਣਗੇ ਉਹਨਾਂ ਨੂੰ ਵੀ ਇਹ ਚੀਜ਼ਾਂ ਦਾ ਬਹੁਤ ਲੋਕਾਂ ਨੂੰ ਨਹੀਂ ਪਤਾ ਹੋਊਗਾ, ਜਿਹੜੀਆਂ ਅੱਜ ਬਾਈ ਜੀ ਹੋਰਾਂ ਤੋਂ ਅਸੀਂ ਜਾਣਨੀਆਂ। ਬਾਈ ਜੀ ਇੱਕ ਹਾਲ ਦੀ ਗੱਲ ਆਫ ਰਿਕਾਰਡਿੰਗ ਤੁਸੀਂ ਦੱਸੀ ਸੀ ਵੀ ਆਪਾਂ ਜਿਵੇਂ ਪੁੱਛਦੇ ਹਾਂ ਹੋਰ ਬਾਈ ਜੀ ਕੀ ਹਾਲ ਆ, ਵੀ ਉਹ ਆਪਾਂ ਕਿਉਂ ਪੁੱਛਦੇ ਹਾਂ, ਕਿ ਕਿੱਥੋਂ ਸ਼ੁਰੂ ਹੁੰਦੀ ਉਹ ਰੀਤ? ਮੈਂ ਦੱਸਦਾ, ਹਾਲ ਚੜ੍ਹਦੇ ਤੇ ਲੱਕੜੀ ਦੇ ਪਈਆਂ ਪਰ ਆਹ ਹਾਲ ਚੜ੍ਹਿਆ ਵਾ। ਅੱਛਾ ਜੀ, ਆਹ ਹਾਲ ਚੜ੍ਹਿਆ ਵਾ। ਹੁਣ ਆਪਾਂ ਪੁੱਛਦੇ ਹਾਂ, ਮੈਂ ਤੁਹਾਨੂੰ ਪੁੱਛਿਆ ਤੁਹਾਡਾ ਕਿਆ ਹਾਲ ਆ, ਜੇ ਤਾਂ ਤੁਸੀਂ ਸਹੀ ਆ ਤੁਸੀਂ ਕਹਿਣਾ ਠੀਕ ਆ, ਜੇ ਤੁਸੀਂ ਬਿਮਾਰ ਆ ਜਾਂ ਬੁਖਾਰ ਤੁਸੀਂ ਕਹਿਣਾ ਨਹੀਂ ਹਾਲ ਢਿੱਲਾ। ਉਹੀ ਕੰਮ ਇਹਦਾ। ਜੇ ਤਾਂ ਹਾਲ ਸਹੀ ਆ, ਟਾਇਟ ਆ, ਲੱਕੜ ਗਿੱਲੀ ਆ, ਫਿਰ ਤਾਂ ਹਾਲ ਪੂਰਾ ਸਹੀ ਚੜ੍ਹਿਆ ਵਾ। ਜੇ ਲੱਕੜ ਢਿੱਲੀ ਹੋ ਗਈ ਤਾਂ ਸੁੱਕ ਗਈ ਤਾਂ ਲੱਕੜ ਨੇ ਢਿੱਲੀ ਹੋ ਜਾਣਾ, ਹਾਲ ਨੇ ਢਿੱਲਾ ਹੋ ਜਾਣਾ, ਡੱਕ ਡੋਲੇ ਖਾਣ ਲੱਗ ਜਾਣਾ। ਫਿਰ ਜਦ ਅੱਗੇ ਜੰਨਾਂ ਜਾਂਦੀਆਂ ਤੀਆਂ, ਜਾਂਦੀ ਪਰ ਮੁੰਡੇ ਦੀ ਮਾਂ ਪਾਣੀ ਪਾਉਂਦੀ ਤੀ, ਜਦ ਉੱਧਰ ਤੇ ਜੰਨ ਨੂੰ ਤੁਰਦੇ ਤੇ ਗੱਡੀ ਲੈ ਕੇ, ਰਥ ਲੈ ਕੇ, ਤਾਂ ਕੁੜੀ ਦੀ ਮਾਂ ਪਾਣੀ ਪਾਉਂਦੀ ਤੇ ਇਹਦੇ ਪਰ। ਹੁਣ ਗੱਡੀਆਂ ਪਰ ਨਹੀਂ ਪਾਉਂਦੇ ਆਪਣੇ, ਕੋਈ ਰਹਿ ਗਿਆ, ਉਹ ਵੀ ਕਿਸੇ ਨੂੰ ਪਤਾ ਹੋਣਾ। ਅਗਲਾ ਕਹਿੰਦਾ ਗੱਡੀ ਦੇ ਪਈਆਂ ਪਰ ਪਾਣੀ ਪਾ ਦਿਓ, ਉਹ ਕਾਹਤੇ ਪਾਉਂਦੇ ਤੇ ਹੁਣ ਟਾਇਰਾਂ ਪਰ ਪਾਣੀ ਪਾਇਦਾ ਤਾਂ ਕੋਈ ਫਾਇਦਾ ਹੀ ਨਹੀਂ, ਅੱਗੇ ਹਾਲ ਟਾਈਟ ਕਰਨੇ ਨੂੰ ਪਾਣੀ ਪਾਉਂਦੇ ਤੇ।
ਇਹਨੂੰ ਪੁੱਛਦੇ ਤੇ ਤੇਰਾ ਕਿਆ ਹਾਲ ਆ, ਢਿੱਲਾ ਕਿ ਟਾਈਟ ਆ? ਉਹ ਆ ਏ, ਜੇ ਢਿੱਲਾ ਹੈ ਤਾਂ ਡੱਕ ਡੋਲੇ ਖਾਊਗਾ, ਰਾਹ 'ਚ ਤੰਗ ਕਰੂਗਾ, ਲੱਕੜੀ ਖਿੰਡ ਜੂਗੀ, ਟੁੱਟ ਜੂਗੀ। ਜੇ ਹਾਲ ਟਾਈਟ ਆ ਤਾਂ ਕੋਈ ਖਿੰਡੂਗਾ ਨਹੀਂ, ਟੁੱਟੂਗਾ ਨਹੀਂ, ਸਿੱਧਾ ਜਾਊਗਾ। ਇਹ ਉੱਥੋਂ ਹੀ ਸ਼ੁਰੂ ਹੋ ਗਿਆ ਜੀ ਫਿਰ ਰੀਤ? ਕੀ ਹਾਲ ਹੈ ਪਾਉਣੇ ਦੀ? ਹਾਂ ਹਾਂ ਹਾਂ, ਉੱਥੀ ਤੇ ਪੁੱਛਦੇ ਤੇ ਮਿਸਤਰੀ ਜਾਣ ਕੇ ਛੇੜਦੇ ਹੁੰਦੇ ਤੇ ਜ਼ਿਮੀਂਦਾਰ ਨੂੰ, ਉਹ ਤੇਰਾ ਕਿਆ ਹਾਲ ਆ? ਫਿਰ ਉਹ ਕਹਿ ਦਿੰਦਾ ਤਾਂ ਹਾਲ ਸਹੀ ਆ, ਨਹੀਂ ਸਹੀ ਤਾਂ ਫਿਰ ਕਹਿ ਦਿੰਦਾ ਅੱਜ ਪੱਚਰ ਦਿਨ ਹੈ। ਹੁਣ ਪੱਚਰਨਾ ਨਹੀਂ ਪਤਾ ਹੋਣਾ ਕਿਆ ਹੁੰਦਾ। ਫਿਰ ਇਹਨੂੰ ਬਾਂਸ ਦੀਆਂ ਮਾੜੀਆਂ ਮਾੜੀਆਂ ਡਸੀਆਂ ਜੀਆਂ ਘੜ ਕੇ ਲਾ ਕੇ ਫਿਰ ਹਾਲ ਨੂੰ ਠੋਕ ਦਿੰਦੇ ਤੇ। ਫਿਰ ਜਦ ਉਹ ਵੀ ਫੇਲ ਹੋ ਗਈਆਂ, ਫਿਰ ਇਹਦੇ ਵਿੱਚ ਕਿੱਲ ਲੱਗਦੇ ਹੁੰਦੇ ਤੇ ਕਈ ਤਰ੍ਹਾਂ ਦੇ ਤੇ ਜਿੱਕਣ ਜਿੱਕਣ ਚੱਲਦੇ ਤੇ ਕਿਉਂਕਿ ਅਗਲਾ ਕੰਮ ਸਾਰਦਾ ਤਾ। ਤੁਸੀਂ ਦੱਸਿਆ ਵੀ ਜਿਹੜੀਆਂ ਹੈਗੀਆਂ ਉਸ ਸਮੇਂ ਤਾਂ ਪਾਣੀ ਪਾਇਆ ਜਾਂਦਾ ਸੀ, ਪਰ ਅੱਜ ਕੱਲ੍ਹ ਤਾਂ ਗੱਡੀਆਂ ਦੇ ਕਾਰਾਂ ਪਰੇ ਪਾਈ ਜਾਂਦੇ ਪਾਣੀ। ਉਹ ਜਿਹੜੀ ਇੱਕ ਰਸਮ ਬਣੀ ਵੀ ਆ, ਹਾਂ, ਉਹ ਰਸਮ ਬਣੀ ਵੀ ਆ। ਹੁਣ ਮੈਂ ਤੁਸੀਂ ਚਲੋ ਆਪਣੇ ਕੋਲ ਐਡਾ ਟਾਈਮ ਨਹੀਂ ਤਾਂ ਮੈਂ ਰਸਮਾਂ ਤੁਹਾਨੂੰ ਜੰਮਣ ਤੇ ਲੈ ਕੇ ਮਰਨ ਤੱਕ ਦੀਆਂ ਇੰਨੀਆਂ ਕੁ ਦੱਸ ਦਿੰਦਾ, ਜਿਹੜੇ 70-75 ਸਾਲ ਦੇ ਹੋਣਗੇ ਉਹਨਾਂ ਨੂੰ ਵੀ ਨਹੀਂ ਪਤਾ। ਇਹਦੇ ਲਈ ਮੈਂ ਐਪੀਸੋਡ ਅਲੱਗ ਕਰਨਾ ਹੈ ਕਿਉਂਕਿ ਇਹ ਜ਼ਰੂਰੀ ਆ। ਉਂਗਲੀਆਂ ਪਰ ਗਿਣਾ ਦਿੰਦਾ ਵੀ ਆਹ ਕੁਛ ਜੰਮਣੇ ਨੂੰ ਕਰਦੇ ਤੇ ਆਹ ਕੁਛ ਮਰਨੇ ਨੂੰ ਕਰਦੇ ਤੇ ਆਹ ਕੁਛ ਮੰਗਣੇ ਨੂੰ ਕਰਦੇ ਤੇ। ਚਲੋ ਹੁਣ ਇਹ ਆਪਾਂ ਫੇਰ ਗੱਲ ਕਿਤੇ ਕਰਾਂਗੇ। ਇਹ ਹਾਲ ਦਾ ਆਹੀ ਮਹੱਤਵ ਤਾ ਵੀ ਤੇਰਾ ਹਾਲ ਸਹੀ ਆ, ਜੇ ਸਹੀ ਆ ਤਾਂ ਟਾਇਟ ਆ ਤਾਂ ਗੱਡੀ ਸਿੱਧੀ ਪੱਕੀ ਰੁੜਦੀ ਆ, ਜ਼ਿਆਦਾ ਰੁੜਦੀ ਆ, ਜੇ ਢਿੱਲਾ ਤਾਂ ਉਹ ਡੱਕ ਡੋਲੇ ਖਾਊਗੀ। ਇਹ ਕਿੱਥੋਂ ਲਿਆਏ ਸੀ ਤੁਸੀਂ? ਇਹ ਰਥ ਆਪਣੇ ਬਜ਼ੁਰਗ ਜੀ ਪਹਾੜਾ ਬਾਉਣ ਤੇ ਪਹਿਲਾਂ ਉਹ ਰਥ ਗਿਆ ਤਾਂ ਖਰ, ਫਿਰ ਇਹ ਆਪਾਂ ਨੇ ਦੁਬਾਰੇ ਤਿਆਰ ਕਰਵਾ ਲਿਆ ਤਾ ਜੀ। ਤੇ ਹੁਣ ਜਾਣੇ ਕੁਛ ਸਮਾਨ ਉਹਦਾ ਇਹ ਕੁਛ ਹੋਰ ਨਵਾਂ ਲਾ ਕੇ ਵਧੀਆ ਬਣਾ ਲਿਆ ਤਾ। ਤੇ ਸੁਣਨ ਦੇ ਵਿੱਚ ਆਇਆ ਕਹਿੰਦੇ ਰੱਥ ਨੂੰ ਜਿਹੜਾ ਕੱਪੜਾ ਬਹੁਤ ਜ਼ਿਆਦਾ ਮੀਟਰ ਲੱਗਿਆ। ਕਿੰਨੇ ਮੀਟਰ ਹੈ ਜੀ? ਇਹਨੂੰ 60 ਮੀਟਰ ਕੱਪੜਾ ਲੱਗਦਾ ਜੀ। ਇਹਨੂੰ 6 ਕੱਪੜੇ ਚੜ੍ਹਦੇ ਆ, 5 ਕੱਪੜੇ ਦੇ ਅੰਦਰ ਚੜੇ ਪਏ ਆ ਜੀ, 6ਵਾਂ ਝੁੰਮਣ ਆ ਜੀ ਇਹ। ਤੇ ਹੁਣ ਕਿੱਥੇ ਲੈ ਕੇ ਜਾਂਦੇ ਹੋ? ਹੁਣ ਜਾਂਦਾ ਕੋਈ ਡੋਲੇ ਲੈ ਕੇ ਜਾਂ? ਹਾਂ ਜੀ, ਇਹ ਕੋਈ ਜਿਹੜੇ ਜ਼ਿਆਦਾ ਸ਼ੌਂਕੀ ਆ ਤਾਂ ਉਹ ਤਾਂ ਲੈ ਜਾਂਦੇ ਆ ਵਿੱਚ, ਇੱਧਰ ਮੋਗੇ ਕਨੀ ਜਾਂ ਬਠਿੰਡੇ ਕਨੀ ਕਦੋਂ ਵੀ ਲੈ ਕੇ ਗਏ ਆ। ਤੇ ਜਾਂ ਤਾਂ ਫਿਰ ਹੁਣ ਇਹ ਨਗਰ ਕੀਰਤਨਾਂ 'ਚ, ਜਾਂ ਫਿਰ ਸਾਨੂੰ ਤਾਂ ਸ਼ੌਂਕ ਆ, ਮੈਂ ਤਾਂ ਪਿੰਡੋਂ ਬਲਦ ਲਿਆ ਕੇ ਬਈ ਜੋੜ ਕੇ ਗੇੜਾ ਦੇ ਲੈਂਦਾ ਆਪਣਾ। ਅੱਛਾ, ਹਾਂ, ਇੱਕ ਸਾਲ 'ਚ 2-3 ਫੇਰੀ ਪੱਕਾ ਇਹਨੂੰ ਜੋੜਨਾ, ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉਹਨੇ ਨਿਆਣੇ ਬਿਠਾ ਲੈਣੇ ਵਿੱਚ ਤਾਂ ਲੈ ਜਾਣਾ, ਨਹੀਂ ਆਪਣੇ ਖੇਤ ਨੂੰ ਲੈ ਜਾਣਾ ਤਾਂ ਚੱਲਦਾ ਬਾਹਰ ਗੱਡਾ ਖੜਾ, ਉਹ ਵੀ ਚੱਲਦੇ ਰੱਖੇ ਵੀ। ਜਿਵੇਂ ਕੋਈ ਵਿਆਹਾਂ ਨੂੰ ਡਿਮਾਂਡ ਕਰਦਾ ਵੀ ਬਾਈ ਜੀ ਸਤਨਾਮ ਬਾਈ ਹੋਰਾਂ ਦੇ ਨਾਲ ਜਿਵੇਂ ਅਸੀਂ ਵੀ ਨੰਬਰ ਦਈਏ ਕਰਨਾ ਹੋਵੇ ਤਾਂ ਇਹਦਾ ਕੋਈ ਵਿਸ਼ੇਸ਼ ਕਿਰਾਇਆ ਰੱਖਿਆ ਹੋਇਆ ਜੀ? ਦੇਖੋ ਜੀ, ਅਗਲਾ ਆਪਣਾ ਬਲਦਾਂ ਦਾ ਹੀਲਾ ਕਰ ਲਵੇ, ਠੀਕ ਨਹੀਂ ਜਿਹੜੀ ਗੱਲ ਆ, ਕਿਉਂਕਿ ਇਹਨੂੰ ਰਾਤ ਨੂੰ ਬੜੇ ਬਲਦ ਲੱਗਦੇ ਆ ਪੱਕੇ। ਜਿਹੜੇ ਬੱਚੇ ਹੋਣਗੇ ਨਾ ਤਾਂ ਬੱਚਿਆਂ ਤੇ ਖਿੱਚ ਆਉਣਾ, 4 ਪਹੀਏ 'ਚ ਕਿਹੜੇ ਕੋਈ ਬੈਰਿੰਗ ਗੋਲੀ ਆ, ਇਹ ਖਿੱਚਣਾ ਵੀ ਔਖਾ ਹੈ। ਇਹਨੂੰ ਨਰੋਏ ਬਲਦ ਬੜੇ ਪੱਕੇ ਬਲਦਾਂ ਨੇ ਲੱਗਣਾ। ਅਗਲਾ ਬਲਦਾਂ ਦਾ ਹੀਲਾ ਕਰ ਲਵੇ, ਰਥ ਦਾ ਤਾਂ ਅਗਲਾ ਘਰ ਤੇ ਲੈ ਜਾਵੇ, ਘਰਾਂ ਛੱਡ ਜੇ ਤਾਂ ਗੈਲ ਮੈਂ ਜਾਊਂਗਾ, ਦੇਣਾ ਕੁਛ ਦੇ ਦੇਵੇ, ਨਹੀਂ ਵੀ ਦੇਣਾ ਤਾਂ ਵੀ ਕੋਈ ਚੱਕਰ ਨਹੀਂ ਹੈਗਾ। ਬਾਈ ਜੀ ਸੰਤ ਬਿਰਤੀ ਦਿਆ। ਮੈਂ ਇਹਨਾਂ ਨੂੰ ਪਹਿਲੇ ਵੀ ਪੁੱਛਿਆ, ਕਹਿੰਦੇ ਵਿਆਹ ਨੂੰ ਲੈ ਕੇ ਜਾਂਦੇ ਆ। ਮੈਂ ਕਿਹਾ ਜੀ ਫਿਰ ਚਲੋ ਕਿਰਾਇਆ ਵਗੈਰਾ ਤਾਂ ਠੀਕ ਹੋ ਜਾਂਦਾ ਹੋਣਾ। ਕਹਿੰਦੇ ਨਹੀਂ ਜਿਹੜਾ ਦੇ ਤਾਂ ਠੀਕ ਹੈ, ਨਹੀਂ ਨਾ ਸਹੀ ਦਿੱਤਾ। ਹਾਂ, ਹੁਣ ਉਹ ਢੱਕੀ ਸਾਹਿਬ ਵਾਲੇ ਬਾਬਾ ਦਰਸ਼ਨ ਸਿੰਘ ਜੀ ਲੈ ਕੇ ਜਾਂਦੇ ਆ। ਦੇਖ, ਆਪਾਂ ਕਿਸੇ ਦਾ ਖਾ ਕੇ ਨਿੰਦਣਾ ਨਹੀਂ ਚਾਹੀਦਾ। ਉਹ ਮੈਨੂੰ ਪੱਕਾ ਹੀ ਹਰੇਕ ਵਾਰੀ ਉਹਨਾਂ ਨੇ 2-4 ਵਾਰੀ ਲੈ ਗਿਆ 5100 ਰੁਪਈਆ ਇੱਕ ਸਰੂਪਾ ਇੱਕ ਡੱਬਾ ਦੇ ਦਿੰਦੇ ਤੇ, ਠੀਕ ਆ। ਐਤਕੀ ਲੋਕਡਾਊਨ ਕਰਕੇ ਨਹੀਂ ਲੈ ਕੇ ਗਏ, ਉਹਨਾਂ ਨੇ ਨਹੀਂ ਕੱਢਿਆ ਮਹੱਲਾ, ਤਾਂ ਹੋਰ ਵਿਆਹਾਂ 'ਚ ਲੈ ਗਏ 1-2 ਵਾਰੀ, ਉਹਨਾਂ ਨੇ 10 ਰੁਪਈਏ ਨਹੀਂ ਦਿੱਤੇ। ਉਹ ਤਾਂ ਬਸ ਆਪਣਾ ਲੈ ਕੇ ਛੱਡ ਕੇ ਬਸ ਘਰਾਂ। ਇੱਕ ਦੇ ਤਾਂ ਸਮਾਂ ਮੈਂ ਲੈ ਕੇ ਵੀ ਜਾ ਕੇ ਹਫ਼ਤੇ ਬਾਅਦ ਉਹ ਕਹਿੰਦਾ ਮੇਰਾ ਟਾਈਮ ਹੀ ਨਹੀਂ ਲੱਗਦਾ ਛੱਡਣੇ ਦਾ। ਮੈਂ ਵੀ ਦੇਖ ਲਓ ਇਹੋ ਜੀਵੀਆਂ ਲੋਕ। ਹਾਂ ਜੀ, ਹਾਂ ਵੀ ਯਾਰ ਸਮੇਂ ਸਿਰ ਚਲੋ ਜੇ ਦੇਣਾ ਨਹੀਂ ਛੱਡ ਹੀ ਜਾਓ ਸਮੇਂ ਸਿਰ। ਜੀ ਹਾਂ, ਫਿਰ ਮੈਂ ਲੈ ਕੇ ਆਇਆ ਹਫ਼ਤੇ ਬਾਅਦ ਜਾ ਕੇ। ਮੇਰਾ ਤਾਂ ਜੀਣਾ ਲੱਗੇ ਦੇਖ ਕੇ ਕਿ 24 ਘੰਟੇ ਤਾਂ ਇੱਥੇ ਇਹਦੇ ਕੋਲ ਰਹਿਣਾ, ਜਗ੍ਹਾ ਖਾਲੀ ਲੱਗੀ ਜਾਇਆ ਕਰੇ। ਫਿਰ ਮੈਂ ਗੱਡੀ ਕਰੀ ਆ ਇੱਕ ਟਾਈਮ 5 ਵਜੇ, ਫਿਰ ਮੈਂ ਲੈ ਕੇ ਇਹਨੂੰ ਰਾਤ ਨੂੰ ਘਰਾਂ ਵੜਿਆ। ਫਿਰ ਮੈਂ ਅੱਜ ਤਾਂ ਲੈ ਕੇ ਜਾਣਾ ਜੀ। ਤੇ ਬਾਈ ਜੀ ਇੱਕ ਹੋਰ ਚੀਜ਼ ਇੱਥੇ ਦਿਖਾਈ, ਇਹ ਕੀ ਹੈ ਜੀ? ਇਹ ਦੇਖੋ ਜੀ, ਕੱਲ੍ਹ ਮੈਂ ਦਿੱਤੂਪੁਰ ਪਿੰਡ ਤੋਂ ਲੈ ਕੇ ਆਇਆ ਜੀ, ਸਾਡੀ ਰਿਸ਼ਤੇਦਾਰੀ ਆ। ਉਹਨਾਂ ਨੇ ਮੈਨੂੰ ਇਹ ਚੁੰਗਣੀ ਕਹਿ ਕੇ ਦਿੱਤੀ ਆ। ਆਹ ਢੱਕਣ ਲੱਗਦਾ ਉੱਪਰ, ਪਤਾ ਨਹੀਂ, ਉਹ ਕਹਿੰਦੀ ਵੀ ਮੇਰੇ ਦਾਦਾ ਜੀ ਦੀ ਆ, ਜਿਹੜੀ ਦਿੱਤੂਪੁਰ ਵਿਆਹ ਕੇ ਕਾਂਜਲੇ ਪਿੰਡ ਤੋਂ, ਮਰੰਡੇ ਕੋਲ ਕਾਂਜਲਾ। ਅੱਛਾ ਜੀ। ਕਾਂਜਲੇ ਤੋਂ ਦਿੱਤੂਪੁਰ ਆਈ ਆ ਉਹ। ਦਿੱਤੂਪੁਰ ਵਾਲੀ ਸਾਡੀ ਰਿਸ਼ਤੇਦਾਰ ਨਹੀਂ, ਉਹਨੇ ਦਿੱਤੀ ਆ ਜੀ ਇਹ। ਉਹ ਤਾਂ ਚੁੰਗਣੀ ਦੱਸਦੀ ਆ, ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ। ਹਾਂ, ਬੱਚਿਆਂ ਨੂੰ ਦੁੱਧ ਪਿਲਾਉਣੇ ਵਾਲੀ। ਕਹਿੰਦੀ ਮੇਰੇ ਦਾਦਾ ਜੀ ਦੀ ਇਹ। ਅੱਛਾ। ਹਾਂ, ਵੀ ਮੈਂ ਆਪਣੀ ਦਾਦੀ ਤੋਂ ਲਿਆਈ। ਫਿਰ ਚੱਲ ਵਿਆਹ ਕੇ ਹੁੰਦਾ ਹੀ ਆ ਕੁੜੀਆਂ ਨੂੰ ਸ਼ੌਂਕ ਆਪਣੀ ਚੀਜ਼ ਦਾ। ਹਾਂ, ਉਹਨੇ ਤਾਂ ਚੁੰਗਣੀ ਕਹਿ ਕੇ ਦਿੱਤਾ, ਤੇ ਬਾਕੀ ਆਪਾਂ ਨੂੰ ਐਡਾ ਕੋਈ ਇਹਦਾ ਉਹ ਨਹੀਂ ਹੈਗਾ। ਇਹ ਦੇਖੋ ਜੀ ਚੁੰਗਣੀ। ਹਾਂ, ਅਸੀਂ ਦੇਖੀਆਂ ਹੋਈਆਂ ਦੂਜੀਆਂ ਪਲਾਸਟਿਕ ਦੀਆਂ ਚੁੰਗਣੀਆਂ ਦੇਖੀਆਂ ਹੋਈਆਂ ਅਸੀਂ, ਪਰ ਇਹ ਚੁੰਗਣੀ ਹੈ ਜੀ ਦਾਦਾ ਜੀ ਦੀ ਕਿਸੇ ਦੇ। ਤੇ ਜਦੋਂ ਬੱਚੇ ਸੀਗੇ ਤਾਂ ਉਹ ਇਹਦੇ ਵਿੱਚ ਦੁੱਧ ਵਗੈਰਾ ਪੀਂਦੇ ਸੀ। ਤੇ ਕਿੰਨੇ ਕੁ ਸੰਨ ਦੀ ਹੋ ਸਕਦੀ ਹੈ ਜੀ ਇਹ? ਮੇਰੇ ਹਿਸਾਬ 'ਚ 1900 ਦੇ ਗੇੜ ਦੀ ਹੋਊਗੀ ਜੀ। ਅੱਛਾ ਜੀ। ਹਾਂ, ਕਿਉਂਕਿ ਜੇਕਰ ਉਹ ਬੀਬੀ ਦੀ ਉਮਰ ਦੇਖ ਤੇ ਉਹਦੇ ਫਾਦਰ ਸਾਹਿਬ ਦੀ ਦੇਖ, ਫਾਦਰ ਸਾਹਿਬ ਵੀ ਨਹੀਂ ਉਹਨਾਂ ਦੇ ਰਹੇ, ਫਿਰ ਦਾਦਾ ਜੀ ਤਾਂ ਪਿੱਛੇ ਚਲੇ ਗਏ। 1900 ਦੇ ਗੇੜ ਹੋਊਗੀ ਜੀ।
ਤੇ ਮਤਲਬ ਕਿ ਤੁਸੀਂ ਲੈ ਕੇ ਕਿੱਥੋਂ ਆਉਂਦੇ ਹੋ, ਕੌਣ ਦੱਸਦਾ ਤੁਹਾਨੂੰ ਵੀ ਇਹ ਇੰਨਾ ਪੁਰਾਣਾ ਸਮਾਨ ਸਾਡੇ ਕੋਲ ਪਿਆ, ਕਿਵੇਂ ਪਤਾ ਲੱਗਦਾ? ਦੇਖੋ ਜੀ, ਸਮਾਨ ਦੇ ਪਤੇ ਦੀ ਗੱਲ ਐ ਆ, ਬੰਦੇ ਨੂੰ ਮਨ 'ਚ ਚਾਹਨਾ ਚਾਹੀਦੀ ਆ ਖਰੀਦਣੇ ਦੀ, ਸ਼ੌਂਕ ਚਾਹੀਦਾ ਹੈ, ਤਾਂ ਸਮਾਨ ਤਾਂ ਜੀ ਆਪਣੇ ਆਪ ਲੱਭ ਜਾਂਦਾ। ਉਹ ਕਿਵੇਂ ਲੱਭ ਜਾਂਦਾ? ਹੁਣ ਸਾਡਾ ਤਾਂ ਜੀ ਉਰੇ ਦੇਖੋ, ਚਲੋ ਉਰੀ ਖੇਤ 'ਚ ਜ਼ਮੀਨ ਆ, ਖੇਤ 'ਚ ਮਕਾਨ ਬਣਾਇਆ ਹੋਇਆ, ਉਰੀ ਅਸੀਂ ਤਾਂ 24 ਘੰਟੇ ਲਗਭਗ ਇੱਥੇ ਹੀ ਰਹਿੰਦੇ ਆ, ਤਾਂ ਰੋਜ਼ ਜੀ 10 20 25 30 40 ਬੰਦੇ ਵੀ ਹੋ ਜਾਂਦੇ ਆ, ਦੇਖਣ ਵਾਲੇ ਸਮਾਨ ਆਉਂਦੇ ਰਹਿੰਦੇ ਆ। ਕੋਈ ਆਪਣਾ ਟਿਕਟ ਨਹੀਂ ਲਾਇਆ ਵਾ, ਕੋਈ ਕੁਛ ਨਹੀਂ, ਹਰੇਕ ਨੂੰ ਚਾਹ ਪਾਣੀ ਪਿਲਾਈਦਾ। ਕਈ ਤਾਂ ਜਿਹੜੇ ਹੁਣ ਹਰਿਆਣੇ 'ਚੋਂ ਆ ਕੇ ਮੰਨ ਲਓ ਦੂਰ 'ਤੇ ਆਏ ਤਾਂ ਉਹਨਾਂ ਨੂੰ ਅੰਨ ਪਾਣੀ ਵੀ ਛਕਾਈਦਾ ਜੀ, ਟਾਈਮ ਗੈਲ। ਤਾਂ ਇੱਕਣ ਅਗਲਾ ਦੱਸ ਦਿੰਦਾ ਮੇਰੇ ਕੋਲ ਆਹ ਚੀਜ਼ ਪਈ ਆ, ਤਾਂ ਗਾਹਾਂ ਇੱਕਣ ਪਤਾ ਲੱਗ ਜਾਂਦਾ ਜੀ, ਮਿਲ ਜਾਂਦਾ। ਅਤੇ ਕੁਛ ਆਪਾਂ ਦੁਕਾਨਾਂ 'ਚੋਂ ਵੀ ਘੁੰਮ ਫਿਰ ਕੇ ਲੈ ਲੈਂਦੇ ਹਾਂ, ਕੁਆੜੀਆਂ ਨੂੰ ਕਿਹਾ ਵਾ, ਗਾਹਾਂ ਆਉਣ ਵਾਲੇ ਦੱਸੀ ਜਾਂਦੇ ਆ ਜੀ। ਕੋਈ ਹੁਣ ਜਿਵੇਂ ਵੀਡੀਓ ਚੱਲ ਗਈ, ਵੀਡੀਓ 'ਚ ਨੰਬਰ ਪਤਾ ਅਗਲਾ ਆਪੇ ਕੰਟੈਕਟ ਕਰ ਲੈਂਦਾ, ਅਗਲਾ ਕਹਿੰਦਾ ਮੇਰੇ ਕੋਲ ਆਹ ਸਮਾਨ ਪਿਆ, ਮੈਂ ਵੇਚਣਾ। ਜੇ ਤਾਂ ਬਜਟ 'ਚ ਹੁੰਦਾ ਤਾਂ ਲੈ ਲਈਦਾ। ਹੁਣ ਜੇ ਜ਼ਿਆਦਾ ਮਹਿੰਗਾ ਹੋਵੇ, ਹੁਣ 3-4 ਸਮਾਨ ਹੁਣ ਮੈਂ ਤੁਹਾਡੇ ਕੋਲ ਕਾਹਦੀ ਲਕੋਆ ਕੱਲ੍ਹ ਛੱਡੇ ਆ, ਹੁਣ ਇੰਨੀ ਬਈ ਗੁੰਜਾਇਸ਼ ਨਹੀਂ ਤੀ। ਹੁਣ ਉਹ 35-40 ਹਜ਼ਾਰ ਰੁਪਏ ਦੇ ਬਣਦੇ ਤੇ, ਫਿਰ 15,000 ਰੁਪਏ ਦਾ ਤਾਂ ਮੈਂ ਲਿਆਇਆ ਸਮਾਨ। ਫਿਰ ਜਿਹੜਾ ਹੁਣ ਵੱਧ ਤਾਂ ਫਿਰ ਮੈਨੂੰ ਅਖੀਰ ਨੂੰ ਛੱਡਣਾ ਪਿਆ, ਕਿਉਂਕਿ ਹੁਣ ਇੰਨੀ ਗੁੰਜਾਇਸ਼ ਵੀ ਨਹੀਂ ਹੈਗੀ। ਜਿਹੜੇ ਚੀਜ਼ ਨਹੀਂ ਤੀ ਉਹ ਲਿਆਂਦੀ, ਵੈਸੇ ਉਹ ਹੈ ਵੀ ਨਹੀਂ ਆਪਣੇ ਕੋਲ। ਚਲੋ ਕਿਤੇ ਲੋਟ ਲੱਗਿਆ, ਜੇ ਤਾਂ ਉਹਨੇ, ਮੈਂ ਕਹਿ ਕੇ ਆਇਆ ਵੀ ਰੱਖ ਲਾ, ਜੇ ਤਾਂ ਉਹਨੇ ਰੱਖ ਲਏ ਭਾਈ ਨੇ ਜੀਰੀ ਤੱਕਰ, ਤਾਂ ਆਪਣਾ ਝੋਨਾ ਆ ਜਾਣਾ, ਇਹਦੇ ਬਾਅਦ ਵੇਚ ਕੇ ਲੈ ਲੂੰਗੇ। ਜੇ ਨਾ ਰੱਖੇ ਤਾਂ ਫਿਰ ਉਹ ਇਹ ਢਿੱਡ ਫੂਕ ਕੇ ਸ਼ੌਂਕ ਪੂਰਾ ਕਰ ਦਿਓ, ਕਿਹਦਾ ਫਾਇਦਾ ਵੀ? ਕਿਉਂਕਿ ਕੋਈ ਬੰਦਾ 30,000 15,000 ਖਰਚੇ ਤੇ ਉਹਦੀ ਕੁਛ ਨਾ ਕੁਛ ਆਮਦਨ ਹੋਣੀ ਚਾਹੀਦੀ ਹੈ, ਜਾਂ ਢਿੱਡ ਫੂਕ ਤਮਾਸ਼ਾ ਦੇਖ ਵਾਲੀ ਗੱਲ ਹੈ ਜੀ? ਇਹਦਾ ਢਿੱਡ ਫੂਕ ਤਮਾਸ਼ਾ ਦੇਖ ਵਾਲਾ। ਇਹਦੀ ਆਮਦਨ ਦੱਸੋ ਮੈਨੂੰ ਕਾਹਦੀ ਆ? ਹੁਣ ਤੁਸੀਂ ਆਏ ਆ 2 ਘੰਟੇ, ਤੁਹਾਡੇ ਕੋਲ ਵੀ ਲਾਉਣੇ ਆ, ਚਾਹ ਪਾਣੀ ਵੀ ਪਿਲਾਉਣਾ, ਗੱਲਬਾਤ ਵੀ ਕਰਨੀ ਆ, ਕਿ ਤੁਸੀਂ ਮੈਨੂੰ ਕਿਹੜੇ ਕੋਈ ਪੈਸਾ ਦੇ ਕੇ ਜਾਣਾ, ਕੋਈ ਕਿਹੜੇ ਸਮਾਨ ਦੇ ਕੇ ਚੱਲੇ ਆ? ਇਹ ਤਾਂ ਜੀ ਇੱਕ ਸ਼ੌਂਕ ਆ, ਸ਼ੌਂਕ ਵੀ ਆ। ਇਹਦੇ ਗੱਲ ਮੇਰੇ ਮਨ ਨੂੰ ਆਏ ਆ ਵੀ ਜਿਹੜੀਆਂ ਆਉਣੇ ਵਾਲੀਆਂ ਪੀੜ੍ਹੀਆਂ, ਤਾਂ ਉਹਨਾਂ ਨੂੰ ਆਪਣੀਆਂ ਨਸਲਾਂ ਨੂੰ ਪਤਾ ਲੱਗ ਜੂਗਾ ਵੀ ਸਾਡੇ ਬਜ਼ੁਰਗ ਇਹਦੇ ਵਿੱਚ ਖਾਂਦੇ ਪੀਂਦੇ ਤੇ, ਭਾਂਡਿਆਂ 'ਚ, ਇਹ ਰਥਾਂ ਗੱਡੀਆਂ 'ਚ ਜਾਂਦੇ ਤੇ, ਇਹੋ ਜਿਹਾ ਕੱਪੜਾ ਲੀੜਾ ਪਾਉਂਦੇ ਤੇ, ਆਹ ਬੁੜੀਆਂ ਫੁਲਕਾਰੀਆਂ ਲੈਂਦੀਆਂ ਤੀਆਂ, ਘੱਗਰੇ ਪਾਉਂਦੀਆਂ, ਕੁੜਤੀਆਂ ਪਾਉਂਦੀਆਂ, ਲੂੰਗੀਆਂ ਲਾਉਂਦੀਆਂ। ਉਹ ਇਹਦੇ ਕਰਕੇ ਮੈਂ ਜ਼ਿਆਦਾ ਉਹ ਕਰਦਾ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਨੂੰ ਪਤਾ ਲੱਗ ਜਾਵੇ। ਵਿਰਸਾ ਮਿਲ ਕੇ ਸਾਂਭਿਆ ਹੋਇਆ। ਵਿਰਸਾ ਸਾਂਭਣੇ ਦਾ ਫਾਇਦਾ ਵੀ ਤਾਂ ਹੈ, ਇਹਦਾ ਹੁਣ ਕਮਰੇ 'ਚ ਪਿਆ ਹੈ। ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ, ਇਹਦਾ ਆਪਾਂ ਨੂੰ ਕਿਹੜੇ ਕੋਈ ਟਿਕਟ ਦਿੰਦਾ ਜਾਂ ਕੋਈ ਕਿਰਾਇਆ? ਜਿੰਨੀ ਕੁ ਆਪਣੇ 'ਚ ਗੁੰਜਾਇਸ਼ ਹੁੰਦੀ ਆ, ਉਨਾ ਕੁ ਆਪਾਂ ਸਮਾਨ ਲਿਆ ਕੇ ਰੱਖ ਲੈਂਦੇ ਆ, ਕਿਉਂਕਿ ਅੱਜ ਤੇ 2-4 ਸਾਲ ਨੂੰ ਇਹ ਜਮਾਂ ਹੀ ਕਿਤੇ ਬਾਹਰ ਮਿਲਣਾ ਨਹੀਂ, ਸਮਾਨ ਮਿਲਣਾ ਨਹੀਂ ਹੈਗਾ। ਦਿਨ ਪਰ ਦਿਨ ਕਿਉਂ ਆਪਣਾ ਤਾਂ ਇੱਧਰ ਤੇ ਉੱਧਰ ਨੂੰ ਜਾਈ ਜਾਂਦੇ ਆ। ਜੇ ਬਾਹਰ ਲਿਆਉਣ ਨੂੰ ਸ਼ੌਂਕ ਹੈਗਾ ਮਾੜਾ ਮੋਟਾ, ਇੱਧਰ ਲਿਆਉਣ ਤਾਂ ਜਮਾਂ ਹੀ ਨਹੀਂ ਹੈਗਾ। ਹਾਂ, ਉਹਦੇ ਕਰਕੇ ਚਲੋ ਆਪਣਾ ਸੱਭਿਆਚਾਰ ਬਚ ਜੂਗਾ, ਲੋਕਾਂ ਨੂੰ ਪਤਾ ਲੱਗ ਜੂਗਾ ਵੀ ਆਹ ਸਮਾਨ ਹੁੰਦਾ। ਸੁਨਿਆਰਿਆਂ ਦੀ ਦੁਕਾਨ ਦੇ ਵਿੱਚ ਸਾਨੂੰ ਵਧੀਆ ਕੀਮਤੀ ਗਹਿਣੇ ਲੱਖਾਂ ਦੇ ਕਰੋੜਾਂ ਦੇ ਮਿਲ ਜਾਣੇ, ਪਰ ਆਹ ਕੀਮਤ ਨਹੀਂ ਮਿਲਣੀ, ਨਾ ਸਾਨੂੰ ਆਹ ਸਮਾਨ ਮਿਲਣਾ ਕਿਤੇ। ਉਹ ਤਾਂ ਜੀ ਐਂ ਆ, ਬਣਾ ਲੂੰਗੇ ਆਪਾਂ। ਜਿਹੜਾ ਸੁਨਿਆਰੇ ਕੋ ਗਹਿਣਾ ਹੈ ਦਿਖਾ ਕੇ ਪੁਰਾਣਾ ਫੋਟੋ ਵੀ ਬਣਾ ਲੂੰਗੇ, ਭਾਂਡਾ ਨਹੀਂ ਬਣਨਾ ਦੁਬਾਰੇ। ਜੇ ਬਣੂਗਾ ਤਾਂ ਵੈਲਡ ਗੱਲ ਬਣੂਗਾ। ਜਿਹੜਾ ਹੈਂਡਮੇਡ ਕੰਮ ਹੋਇਆ ਵਾ, ਹੱਥਾਂ ਦੀ ਕਢਾਈ ਹੋਈ ਵੀ ਆ, ਰਿਵਟਾਂ ਗੱਲ ਬਣਾਈਆਂ ਵੀਆਂ, ਗਾਗਰਾਂ ਡੋਲ ਬਣੇ ਵੀਆਂ, ਖੂਹ ਦੀਆਂ ਟਿੰਡਾਂ ਬਣੀਆਂ ਵੀਆਂ, ਉਹ ਨਹੀਂ ਸਮਾਨ ਬਣਨਾ ਹੈਗਾ। ਹਾਂ, ਉਹ ਜਿੰਨਾ ਮਰਜ਼ੀ ਘੁੰਮ ਰਹੇ ਹੋਣਾ, ਇਹ ਸੰਦੂਕ ਬਣਾਏ ਵੀਆਂ ਘੜਤੀ ਕਰਕੇ, ਹੱਥਾਂ ਗੱਲ ਵੀ ਮਸ਼ੀਨੀ ਨਹੀਂ, ਜਿਵੇਂ ਆਰੀਆਂ ਗੱਲ ਵੱਢ ਕੇ ਪੱਚਰਾਂ ਨਾਲ ਲਾਈਆਂ ਵੀਆਂ, ਚਰਖੇ ਬਣੇ ਵੇ ਆ। ਹੁਣ ਆਹ ਮੰਨ ਲਓ 1919 ਦਾ ਪਲੰਗਾ, ਸਾਰਾ ਹੀ ਹੈਂਡਮੇਡ ਆ, ਇਹਨੂੰ ਪਿੱਤਲ ਲੱਗਿਆ ਵਾ, ਮੋਰਨੀਆਂ ਲੱਗੀਆਂ ਵੀਆਂ, ਪਾਵੇ ਦੇਖ ਲਓ, ਇਹਦੇ 1919 ਦਾ ਬਣਿਆ ਪਿਆ ਇਹ। ਕੋਈ ਕਵੇ ਵੀ ਕੀ ਪ੍ਰੂਫ ਹੈ ਜੀ 1919 ਦਾ? ਦੇਖੋ ਜੀ, ਇੱਕ ਤਾਂ ਪ੍ਰੂਫ ਤਾਂ ਹੁਣ ਦੁਨੀਆ ਨੂੰ ਤਾਂ ਕੋਈ ਜਿੱਤਣੇ ਵਾਲਾ ਨਹੀਂ। ਜਦ ਪਾਕਿਸਤਾਨ ਬਣਿਆ ਉੱਧਰ ਤੇ ਲੋਕ ਇੱਧਰ ਨੂੰ ਆਉਂਦੇ ਤੇ, ਤਾਂ ਇਹ ਪਲੰਗ ਦੀ ਫੋਟੋ ਜਮਾਂ ਹੀ ਇਹਦੇ ਗੈਲ ਦਾ ਹੀ ਆ, ਸੇਮ ਇਨ ਬਿਨ। ਤਾਂ ਮੇਰੇ ਕੋਲ ਫੋਟੋ ਸਾਂਭ ਕੇ ਰੱਖੀ ਵੀ ਆ। ਇੱਕ ਬਾਈ ਲਈ ਆਉਂਦਾ ਸਿਰ ਪਰ, ਇੱਕ ਨੇ ਛੇਜਾ ਰੱਖਿਆ ਵਾ, ਐਡਾ ਹੀ ਪਲੰਗ ਆ। ਅੱਛਾ ਜੀ। ਅਤੇ ਜੀ ਤੋਂ ਮੈਂ ਖਰੀਦਿਆ, ਉਹਨੇ ਮੈਨੂੰ ਦੱਸਿਆ, ਕਹਿੰਦਾ ਵੀ ਇਹ ਮੇਰੀ ਦਾਦੀ ਦੇ ਵਿਆਹ ਦਾ, ਵੀ ਵਿਆਹ ਕੇ ਪਾਕਿਸਤਾਨ 'ਚੋਂ ਗੁਰਦਾਸਪੁਰ ਆਈ, ਗੁਰਦਾਸਪੁਰ 'ਤੇ ਉਹਨਾਂ ਨੇ ਜ਼ਮੀਨ ਵੇਚੀ, ਉਹਦੇ ਬਸੀ ਲੱਤੀ, ਬਸੀ ਤੋਂ ਫਿਰ ਮੈਂ ਉਹਨਾਂ ਤੋਂ ਖਰੀਦਿਆ। ਹਾਂਜੀ। ਕੋਈ ਬੰਦਾ ਇਸ ਤਰ੍ਹਾਂ ਵੀ ਕਹਿੰਦਾ ਵੀ ਠੀਕ ਹੈ, ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ, ਵੀ ਤੁਸੀਂ ਕਿਹੜਾ ਅੱਗੇ ਆਮਦਨ ਕਰਨੀ ਹੈ ਜਾਂ ਫਾਇਦਾ ਸੋਚ ਰਹੇ ਹੋ, ਤੁਸੀਂ ਕਿਹੜਾ ਕੋਈ ਟਿਕਟਾਂ ਦੇ ਕੇ ਕਿਸੇ ਨੂੰ ਦਿਖਾ ਰਹੇ ਹੋ ਵੀ ਯਾਰ ਸਾਡਾ ਵੀ ਸਮਾਨ ਸਾਂਭਿਆ ਜਾਊਗਾ, ਵਿਰਸਾ ਸਾਂਭਿਆ, ਆ ਸਾਡਾ ਹਿੱਸਾ ਵੀ ਪਵਾ ਲਓ ਭਾਈ, ਆ ਫਰੀ ਹੋ ਲੈ ਜਾਓ ਸਮਾਨ। ਨਹੀਂ ਜੀ, ਇੱਕਣਾ ਤਾਂ ਆ ਵੀਡੀਓ ਦੇਖ ਕੇ ਤਾਂ 1-2 ਗਰਮ ਹੁੰਦੇ ਆ ਬਹੁਤ, ਫਿਰ ਠੰਡੇ ਹੋ ਜਾਂਦੇ ਆ। ਇਹਨਾਂ 'ਚੋਂ ਇੱਕ ਤਾਂ ਹੈਗਾ ਹਰਿਆਣੇ ਵਾਲਾ ਬਾਈ ਆਪਣੇ, ਬਹਾਦਰ ਸਿੰਘ। ਹਾਂਜੀ, ਇਹਨੇ ਆਪਾਂ ਨੂੰ ਸਮਾਨ ਦਿੱਤਾ ਲਿਆ ਕੇ ਥੋੜ੍ਹਾ ਬਹੁਤਾ, ਜਿੰਨਾ ਚਲੋ ਸਰਿਆ। ਅਤੇ ਇੱਕ ਕਰਾਲੀ ਕੋਲ ਪਿੰਡ ਆ ਖਾਬੜਾਂ, ਖਾਬੜਾਂ ਪਿੰਡ ਆ, ਉੱਥੇ ਦਾ ਦੀਪੀ ਮੁੰਡਾ, ਉਹਨੇ ਭੇਜਿਆ ਆਪਾਂ ਨੂੰ ਬਾਹਰ ਦੇ ਪੈਸੇ, ਇੱਕ ਵਾਰੀ 5,000 ਰੁਪਈਆ। ਅਤੇ ਦੂਜਾ ਇੱਕ ਸ਼ਮਸ਼ੇਰ ਮੁੰਡਾ ਹਰਿਆਣੇ ਤੋਂ, ਉਹਨੇ ਆਪਣੀ ਮਦਦ ਕਰੀ ਤੀ।
ਵੀ ਜਾਣੀ ਥੋੜੀ ਥੋੜੀ ਚੱਲ ਜਿੰਨੀ ਅਗਲੇ ਨੂੰ ਸਰਦੀ ਆ ਵੀ ਹੋਰ ਆਪਾਂ ਨੂੰ ਕਿਸੇ ਨੇ ਕੋਈ ਫਰੀ ਨਹੀਂ, ਕੋਈ ਆਪਾਂ ਨੇ ਆਪਣਾ ਪੈਸੇ ਲਾ ਕੇ ਖਰੀਦਿਆ ਵਾ ਜੀ ਸਾਰਾ ਸਮਾਨ। ਇੱਕ ਫਿਰੋਜ਼ਪੁਰ ਤੇ ਬੱਬੂ, ਹਾਂ ਇੱਕ ਦਰੀ ਇੱਕ ਖੇਸ ਉਹ ਦੇ ਕੇ ਗਿਆ ਤਾ ਜੀ। ਹਾਂਜੀ। ਸੋ ਬਾਈ ਸਤਨਾਮ ਸਿੰਘ ਜੀ ਹੋਰਾਂ ਕੋਲ ਸਮਾਨ ਇੰਨਾ ਹੈ ਵੀ ਮੈਂ ਇਕੱਲੇ ਸਮਾਨ ਦੇ ਉੱਤੇ 15-15 ਮਿੰਟ ਦੀ ਡਾਕੂਮੈਂਟਰੀ ਬਣਾ ਸਕਦਾ, ਪਰ ਸਾਡੇ ਕੋਲ ਸਮਾਂ ਨਹੀਂ। ਅਸੀਂ ਚੁਣਿੰਦੇ ਜਿਹੜਾ ਸਮਾਨ ਹੈਗਾ ਉਹਨਾਂ ਦੀ ਗੱਲ ਕਰ ਰਹੇ ਹਾਂ, ਪਰ ਇੱਥੇ ਬਹੁਤ ਕੁਝ ਹੈ ਇਹਨਾਂ ਦੇ ਕੋਲ। ਪਰ ਜਿਹੜਾ ਤੁਹਾਡੇ ਕੋਲ ਮੁਗਲ ਕਾਲ ਸਮੇਂ ਦਾ ਜਾਂ ਫਿਰ ਗੁਰੂ ਸਾਹਿਬਾਨਾਂ ਦੇ ਸਮੇਂ ਦਾ ਕੋਈ ਹੈ ਜੀ ਹਾਂ, ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਟਾਈਮ ਦਾ ਛੰਨਾ ਜੀ ਇਹ। ਇਹਦੇ ਗੱਲ ਦਾ ਇੱਕ ਗੁੱਜਰਾਂ ਕੋਲ ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਵਾ। ਜਿਹੜੇ ਉਹ ਸਿੱਕੇ ਆ ਫਿਰ ਮੈਨੂੰ ਪਤਾ ਨਹੀਂ ਤਾਂ ਤੁਸੀਂ ਐਟ ਏ ਟਾਈਮ ਆਏ ਨਹੀਂ, ਮੈਂ ਤੁਹਾਨੂੰ ਦਿਖਾ ਦਿੰਦਾ ਕਿਤੇ ਪਰੇ ਉਰੇ ਪਏ ਆ ਜੀ। ਹਾਂ, 1104 ਈਸਵੀ ਦੇ ਸਿੱਕੇ ਆ, ਕੁਛ ਪੁਰਾਣੇ ਚਾਂਦੀ ਦੇ ਗਹਿਣੇ ਹੋ ਗਏ। ਚਲੋ ਕਿਤੇ ਫੇਰ ਆਏ ਤਾਂ ਤੁਹਾਨੂੰ ਉਹ ਜ਼ਰੂਰ ਦਿਖਾਵਾਂਗੇ ਜੀ ਆਪਾਂ। ਹਾਂਜੀ। ਤੇ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਹੋਰਾਂ ਦੇ ਸਮੇਂ ਦਾ ਜੀ ਜਾਗਾ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ। ਹਾਂਜੀ, ਵੀ ਬਸ ਇੱਕਣਾ ਸਮਾਨ ਆ ਜੀ ਇਕੱਠਾ ਕਰਿਆ ਵਾ। ਹਾਂਜੀ। ਵਾਹ। ਇਹਦੇ ਵਿੱਚ ਲਿਖਿਆ ਵਾ ਗੁੱਜਰਾਂ ਵਾਲਾ ਪਾਕਿਸਤਾਨ ਦਾ ਬਣਿਆ ਵਾ ਜੀ ਇਹ। ਹਾਂ ਬਿਲਕੁਲ ਜੀ। ਹਾਂਜੀ, ਇਹਦੇ ਵਿੱਚ ਸਨ ਵੀ ਲਿਖਿਆ ਵਾ 1700 ਪਤਾ ਨਹੀਂ ਕਿੰਨਾ ਜੀ ਇੰਨਾ। ਹਾਂ, ਨਿਗਾਹ ਨਹੀਂ ਕੰਮ ਕਰਦੀ ਉਹ ਲਾਈਟ 'ਚ ਤਾਂ ਸ਼ਾਇਦ ਤੁਹਾਨੂੰ ਦਿਖ ਜਾਵੇ। ਸੋ ਬਿਲਕੁਲ ਉੱਤੇ ਇੱਕ ਮੋਹਰ ਲੱਗੀ ਹੋਈ ਹੈ ਪ੍ਰੋਪਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਇਹ ਜੱਗ ਹੈ। ਇਹ ਪਾਣੀ ਵਗੈਰਾ ਪਾਉਣ ਦੇ ਲਈ ਯੂਜ਼ ਕੀਤੇ ਨੇ ਜਾਂ ਕੁਝ? ਜੱਗ ਨਹੀਂ, ਇਹਨੂੰ ਗੰਗਾ ਸਾਗਰ ਕਹਿੰਦੇ ਆ ਜੀ। ਇਹ ਦੁੱਧ ਪਾਣੀ ਚਾਹ ਨੂੰ ਵਰਤਦੇ ਤੇ ਚਾਹ ਤਾਂ ਜਦ ਅੱਗੇ ਹੁੰਦੀ ਨਹੀਂ ਤੀ। ਹਾਂਜੀ। ਹਾਂ, ਦੁੱਧ ਪਾਣੀ ਵਾਸਤੇ ਇਹ ਪਿੱਤਲ ਦਾ ਨਹੀਂ, ਇਹ 3 4 5 ਧਾਂਤਾਂ ਦਾ ਜੀ ਇਹ। ਅੱਛਾ ਜੀ। ਤਾਂ ਹੀ ਭਾਰੀ ਆ। ਇਹਨਾਂ ਨੂੰ ਗੰਗਾ ਸਾਗਰ ਕਹਿੰਦੇ ਆ। ਜਿਹੜੇ ਆਏ ਪਏ ਆ ਇਹਨਾਂ ਨੂੰ ਜੱਗ ਕਹਿੰਦੇ ਆ ਅੱਗੇ ਵਾਲਿਆਂ ਨੂੰ। ਇਹ ਛੋਟੀ ਚੀਜ਼ ਕੀ ਹੈ ਜੀ ਇਹ ਜੀ ਗੜਬੀ ਹੈ ਜੀ, ਛੋਟੀ ਪੇਚਾਂ ਵਾਲੀ ਜੀ। ਇਹ ਜਦ ਹਰਿਦੁਆਰ ਤੇ ਆਉਂਦੇ ਤੇ ਜੀ। ਹਾਂਜੀ। ਹਰਿਦੁਆਰ ਤੇ ਇਹਦੇ ਵਿੱਚ ਗੰਗਾ ਜਲ ਪਾ ਕੇ ਲਿਆਉਂਦੇ ਤੇ। ਅੱਛਾ। ਹਾਂਜੀ, ਹਰਿਦੁਆਰ ਜਾਂਦੇ ਤੇ ਨਾ ਜਦ ਆਪਣੇ ਫੁੱਲ ਪਾਉਣ ਚਲੇ ਗਏ ਜਾਂ ਮੱਥਾ ਟੇਕਣ ਚਲੇ ਗਏ ਤਾਂ ਅੱਗੇ ਹੁਣ ਕੀਰਤਪੁਰ ਸਾਹਿਬ ਦਾ ਆਪਣੇ ਹੁਣ ਫੁੱਲ ਪਾਉਣ ਲੱਗੇ ਆ, ਤਾਂ ਪਹਿਲਾਂ ਤਾਂ ਹਰਿਦੁਆਰ ਫੁੱਲ ਪਾਉਂਦੇ ਤੇ ਜਾ ਕੇ ਉੱਥੇ ਤੇ ਗੰਗਾ ਜਲ ਲਿਆਉਣੇ ਵਾਸਤੇ ਗੜਬੀਆਂ ਇਹ ਚੱਲੀਆਂ ਤੀਆਂ ਭੇਚਾਂ। ਬਹੁਤ ਵਧੀਆ। ਸੋ ਇੱਕ ਬਾਈ ਜੀ ਇਹ ਚੀਜ਼ ਮੈਂ ਦੇਖ ਰਿਹਾ, ਇਹ ਕਿਧਰੇ ਨੂੰ ਡਿੱਗਦੀ ਹੋਣੀ ਹੈਗੀ। ਇਹ ਕੀ ਚੀਜ਼ ਹੈ ਜੀ? ਇਹ ਪ੍ਰਤਾਪਾ ਹੈ ਜੀ। ਇਹ ਹਾਂਜੀ ਹਾਂ, ਬੱਚਿਆਂ ਦੀ ਖੇਲ ਆ। ਇਹ 2 ਲੱਤਾਂ ਵਾਲਾ, ਇੱਕ ਆ ਪਿਆ ਇੱਕ ਵਾਲਾ। ਆ ਦੇਖੋ ਇਹਦਾ ਇੱਕ ਵਾਲੇ ਦਾ ਕਿੰਨਾ ਬੈਲੈਂਸ ਬਣਾਇਆ ਵਾ। ਦੇਖੋ ਖੜਾ ਉਂਗਲੀ ਪਰ, ਇਹਨੂੰ ਜਿੱਧਰ ਨੂੰ ਮਰਜੀ ਗੇੜ ਦਿਓ ਜੀ, ਇਹ ਗਿਰੂਗਾ ਨਹੀਂ। ਵਾਹ ਜੀ ਵਾਹ। ਇਹਦਾ ਇੰਨਾ ਬੈਲੈਂਸ ਬਣਾਇਆ ਵਾ। ਅੱਗੇ ਬੱਚਿਆਂ ਨੂੰ ਖੇਲਾਂ ਦੇ ਇਹੀ ਸਾਧਨ ਤੇ ਲਾਟੂ ਹੋ ਗਏ, ਘੁਮਾਉਣੇ ਵਾਲੇ, ਗੁੱਲੀ ਡੰਡਾ ਹੋ ਗਿਆ, ਪ੍ਰਤਾਪੇ ਹੋ ਗਏ। ਇਹ ਉਸ ਸਮੇਂ ਦੀ ਪਬਜੀ ਗੇਮ ਆ ਜਿਹੜੀ ਅੱਜ ਬੱਚੇ ਮੋਬਾਈਲਾਂ 'ਚ ਖੇਡ। ਹਾਂ ਹਾਂਜੀ ਹਾਂਜੀ ਹਾਂਜੀ, ਇਹ ਉਹ ਚੀਜ਼ਾਂ ਜੀ। ਇਹ ਬਈ ਇਹ ਮਤਲਬ ਕਿ ਸਾਤੋਂ ਦੂਰ ਕਿਉਂ ਹੋਈਆਂ ਇਹ ਚੀਜ਼ਾਂ? ਦੇਖੋ ਹੁਣ ਕਿੰਨਾ ਵਧੀਆ ਇੱਕ ਖੇਲ ਦਾ ਸਾਧਨ ਹੈ। ਇਹਨਾਂ ਕੋਈ ਅੱਖਾਂ 'ਤੇ ਪ੍ਰਭਾਵ ਨਹੀਂ ਪਾਉਣਾ, ਕੋਈ ਕਿਸੇ ਨੂੰ ਡਿਪਰੈਸ਼ਨ 'ਚ ਨਹੀਂ ਲੈ ਕੇ ਜਾਣਾ। ਅੱਜ ਬੱਚੇ ਦੇਖੋ ਪਬਜੀ ਗੇਮ ਖੇਡਦੇ ਆ, ਉਹ ਕਹਿੰਦੇ ਜੀ ਗੇਮ ਖੇਡਦਾ ਸੀ, ਉਹਦਾ ਅਸਰ ਇੰਨਾ ਹੋ ਗਿਆ, ਉਹਨੇ ਗੋਲੀ ਮਾਰ ਲਈ ਜਾਂ ਕਿਸੇ ਦਾ ਮਾਰਤੀ ਜੀ, ਜਾਂ ਡਿਪਰੈਸ਼ਨ 'ਚ ਚਲੇ ਗਿਆ। ਤੇ ਇਹ ਚੀਜ਼ਾਂ ਸਾਤੋਂ ਦੂਰ ਕਿਉਂ ਹੋਈਆਂ? ਕਾਰਨ ਕੀ ਮੰਨਦੇ? ਇਹ ਕਾਰਨ ਜੀ ਦੇਖੋ, ਜਦ ਜਿੰਨੀ ਕੁ ਇੱਕ ਤਾਂ ਮਿਸਤਰੀ ਹਟ ਗਏ ਬਣਾਉਣੇ ਤੇ। ਹਾਂਜੀ। ਸਮਾਨ ਮਿਸਤਰੀ ਕਾਹਤੇ ਹਟੇ? ਤਾਂ ਆਪਾਂ ਲੈਣੇ ਤੇ ਹਟ ਗਏ। ਜਦ ਕਿ ਜੇ ਜਿਕਣ ਡਿਵੈਲਪਮੈਂਟ ਹੁੰਦੀ ਗਈ, ਚੰਡੀਗੜ੍ਹ ਬਣ ਗਿਆ, ਪਲਾਸਟਿਕ ਚੱਲ ਪਈ, ਬਾ ਫਿਰ ਪਲਾਸਟਿਕ ਨੇ ਆਹ ਲੱਕੜ ਦਾ ਸਮਾਨ ਸਾਰੇ ਖੋਹ ਲਿਆ। ਉਹ ਚੀਜ਼ਾਂ ਗੈਂਡੇ ਦੀਆਂ ਬਣ ਗਈਆਂ, ਪਲਾਸਟਿਕ ਦੀਆਂ ਬਣ ਗਈਆਂ, ਤਾਂ ਉਹਨੂੰ ਅਗਲਾ ਉਹਦੇ ਪਰ ਹੋ ਗਿਆ, ਸਸਤੀਆਂ ਮਿਲਦੀਆਂ ਤੀਆਂ। ਖੇਲਾਂ ਦਾ ਕੰਮ ਬਸ ਆ ਪੁਰਾਣਾ ਲੱਕੜ ਦਾ ਬੰਦ ਹੋ ਗਿਆ। ਕੁਛ ਇਹ ਹੁੰਦਾ ਵੀ ਹੈਵੀ ਦਾ ਤਕੜਾ ਦਾ, ਇਹਨੂੰ ਬੱਚਾ ਵੀ ਜ਼ੋਰ ਵਾਲਾ ਹੀ ਚਲਾਉਣ ਤਾਂ ਹੁਣ ਬੱਚੇ ਵੀ ਹੌਲੇ ਹੋ ਗਏ, ਸਮਾਨ ਵੀ ਹੌਲਾ ਹੋ ਗਿਆ ਜੀ। ਉਦੋਂ ਦਾ ਅਸੀਂ ਸਮਾਨ ਸਾਂਭਿਆ ਨਹੀਂ, ਸੁੱਟ ਤਿਆ। ਪਰ ਅੱਜ ਦਾ ਦੌਰ ਹੈ ਜੀ, ਅਸੀਂ ਕਰੋੜਾਂ ਰੁਪਇਆ ਲਾ ਕੇ ਉਹਨੂੰ ਪੁਰਾਣੀ ਦਿੱਖ ਦਿਖਾਉਣੀ ਚਾਹੁੰਦੇ ਆ, ਪਰ ਉਹ ਗੱਲ ਅਸਲੀ ਤਾਂ ਹੁੰਦੀ ਨਹੀਂ। ਪਰ ਦਿਖਾਵਾ ਜ਼ਰੂਰ। ਅਸੀਂ ਕੋਈ ਹਵੇਲੀ ਦੇ ਵਿੱਚ ਜਾਂਦੇ ਆ, ਉੱਥੇ ਮਹਿੰਗਾ ਭੋਜ ਛਕਦੇ ਆ, ਸ਼ਾਹੀ ਚੀਜ਼ਾਂ ਅਜਿਹੇ ਸਮਾਨ ਦੇ ਵਿੱਚ, ਹਾਲਾਂਕਿ ਤੁਹਾਡੇ ਕੋਲ ਓਰੀਜਨਲ ਆ, ਬਨਾਵਟੀ ਦੇ ਵਿੱਚ ਲਿਆ ਕੇ ਦਿੰਦੇ ਆ ਜੀ। ਹਾਂ, ਮੇਰੀ ਗੱਲ ਸੁਣੋ ਜੀ, ਜਿਹੜੀਆਂ ਹਵੇਲੀਆਂ ਚਲੇ ਜਾ ਉੱਥੇ ਕਿਆ ਕੱਖ ਨਹੀਂ ਹੈਗਾ, ਸਾਰਾ ਨਵਾਂ ਸਮਾਨ ਪੁਰਾਣਾ ਕਰਿਆ ਵਾ ਉਹਨਾਂ ਨੇ। ਨਵਾਂ ਬਣਾ ਲੈਣਾ ਉਹਨੂੰ ਤੇ ਜਾ ਫਿਰ ਕੇ ਜਾਂ 100 ਚੀਜ਼ ਉਹਨਾਂ ਕੋਲ ਪੁਰਾਣਾ ਕਰਕੇ ਦਿਖਾਉਂਦੇ ਆ। ਹਰ ਤੁਸੀਂ ਉਹਨਾਂ ਨੂੰ ਹਵੇਲੀਆਂ ਨੇ ਪੁੱਛ ਲਿਆ ਕਿ ਕੱਲੀ ਚੀਜ਼ ਦਾ ਮੈਨੂੰ ਗਿਆਨ ਦੱਸ ਦਿਓ ਵੀ ਇਹ ਕਾਹਦੇ ਕੰਮ ਆਉਂਦੀ, ਕਦ ਆਉਂਦੀ ਤੀ, ਕੱਖ ਨਹੀਂ ਪਤਾ। ਉਰੇ ਆਪਣਾ ਕੋਈ ਟਿਕਟ ਨਹੀਂ, ਆਓ ਦੇਖੋ ਜਿਹੜੀ ਮਰਜ਼ੀ ਚੀਜ਼ ਦਾ ਚਾਹੇ 10 ਵਾਰੀ ਪੁੱਛੋ, ਪੂਰਾ ਚੀਜ਼ ਦਾ ਪਤਾ। ਹਰ ਇੱਕ ਚੀਜ਼ ਓਰੀਜਨਲ ਰੱਖੀ ਵੀ ਆ। ਕੋਈ ਪੁਰਾਣੀ ਚੀਜ਼ ਆ, ਨਵਾਂ ਕੋਈ ਚੀਜ਼ ਨਹੀਂ, ਨਵੇਂ ਦਾ ਪੁਰਾਣਾ ਬਣਾਇਆ ਵਾ ਨਹੀਂ ਕੋਈ ਵੀ। ਪੁਰਾਣੀ ਚੀਜ਼ ਆ, ਆਉਣ ਵਾਲੀ ਨਸਲਾਂ ਨੂੰ ਚੀਜ਼ਾਂ ਤਾਂ ਪੁਰਾਣੀਆਂ ਦੇਖ ਕੇ ਪਤਾ ਲੱਗਦਾ, ਅੰਟੀਕ ਦਾ ਮੁੱਲ ਪਤਾ ਲੱਗਦਾ ਵੀ ਇਹ ਕਿਆ ਚੀਜ਼ਾਂ ਤੀਆਂ। ਹਾਂਜੀ ਬਿਲਕੁਲ। ਸੋ ਬਹੁਤ ਕੀਮਤੀ ਸਮਾਨ ਹੈ। ਇਹ ਛੰਨੇ ਵਗੈਰਾ ਪਏ ਆ,
ਇਹ ਆਪਣੀ ਕਿ ਇਹ ਵੀ ਖਰੀਦ ਕੇ ਲਿਆਂਦੇ ਹੋਏ ਜੀ? ਇਹ ਗਲਾਸ ਜੀ ਸਭ ਖਰੀਦੇ ਵੇ, ਇਹ ਚ 2 ਗਲਾਸ 3 ਆਪਣੇ ਆ ਜੀ ਘਰ ਦੇ। ਇਹ ਤਾਂ ਬਹੁਤ ਜ਼ਿਆਦਾ ਪੁਰਾਣੇ ਗਲਾਸ ਆ, ਇਹ ਬੇਲਾਂ ਵਾਲੇ ਗਲਾਸ ਕਹਿੰਦੇ। ਅੱਛਾ ਜੀ। ਇਹ ਲਗਭਗ 1800 ਦੇ ਗੇੜ, 1820 30 ਵਾਲੇ ਗਲਾਸ ਆ ਜੀ। ਤੇ ਇਹ ਹੁਣ ਜਿਵੇਂ ਤੁਸੀਂ ਇੱਕ ਕਮਰੇ ਦੇ ਵਿੱਚ ਸਮਾਨ ਤੁਸੀਂ ਖਰੀਦੀ ਜਾ ਰਹੇ ਹੋ, ਇਹ ਤੇ ਹੁਣ ਪੂਰਾ ਹੋ ਗਿਆ, ਹੁਣ ਕਿੱਥੇ ਰੱਖੋਗੇ ਇਸ ਤੋਂ ਬਾਅਦ? ਹੁਣ ਜੀ ਥੈਲੇ ਬੋਰੀਆਂ 'ਚ ਪਾ ਕੇ ਰੱਖਤਾ। ਅੱਛਾ। ਹਾਂ, ਹੁਣ ਥੈਲੇ ਬੋਰੀਆਂ ਮੈਂ ਤੁਹਾਨੂੰ ਦਿਖਾ ਵੀ ਦਊਂਗਾ। ਘਰ ਰੱਖਿਆ ਵਾ, ਹੁਣ ਇਹ 'ਚ ਤਾਂ ਆਉਂਦਾ ਨਹੀਂ ਜੀ ਸਮਾਨ, ਰੱਖਣੇ ਨੂੰ ਜਗ੍ਹਾ ਨਹੀਂ ਰਹੀ ਕਿਤੇ ਵੀ। ਹਾਂ, ਹੁਣ ਕਿਤੇ ਜੀ ਚਲੋ ਮਹਾਰਾਜ ਨੇ ਬਾਂਹ ਫੜੀ ਤਾਂ ਕਿਧਰੇ ਨਾ ਕਿਧਰੇ ਤੇ ਹੀਲਾ ਬਣਿਆ, ਤਾਂ 1-2 ਕਮਰੇ ਵਧੀਆ ਛੱਤ ਕੇ ਉਹਨਾਂ ਨੂੰ ਪੁਰਾਣੀ ਦਿਖਦੇ ਕਿ ਉਹ 'ਚ ਰੱਖਾਂਗੇ ਜੀ ਸਮਾਨ। ਇੱਕ ਹੋਰ ਚੀਜ਼ ਮੈਂ ਦੇਖ ਰਿਹਾ, ਤੁਹਾਡੇ ਕੰਨਾਂ ਦੇ ਵਿੱਚ ਵੀ ਨੱਤੀਆਂ ਨੇ ਤੇ ਦੰਦ ਵੀ ਲਾਇਆ ਹੋਇਆ। ਹਾਂ, ਸਿਉਨੇ ਦਾ ਲਾਇਆ ਵਾ ਜੀ। ਇਹ ਅੱਗੇ ਰਿਵਾਜ ਹੁੰਦਾ ਤਾ ਜੀ। ਮੈਂ ਬੜਾ ਮੁੰਡੇ ਦੇ ਨੱਤੀਆਂ ਸਿਉਨੇ ਦੀਆਂ, ਦੰਦ ਹੁੰਦਾ ਤਾਂ ਆਪਣਾ ਸ਼ੌਂਕ ਤਾ ਜੀ। ਮੇਰੇ ਨਾਨਾ ਜੀ ਉਹਨਾਂ ਦੇ ਵੀ ਪਾਈਆਂ ਵੀ ਹੁੰਦੀਆਂ ਤੀਆਂ, ਤਾਂ ਉਹਨਾਂ ਨੂੰ ਦੇਖ ਕੇ ਮੈਂ ਉੱਥੇ ਰਿਹਾ ਪੜ੍ਹਿਆ, ਤਾਂ ਫਿਰ ਮੈਨੂੰ ਵੀ ਹੋ ਗਿਆ, ਫਿਰ ਮੈਂ ਵੀ ਪਾ ਲਈਆਂ ਸੀ, ਬਹੁਤ ਚਿਰ ਦੀਆਂ ਪਾਈਆਂ ਵੀ ਜੀ। ਇਲਾਕੇ ਵਿੱਚ ਪਤਾ ਤੁਹਾਡਾ ਜਾਂ ਪਿੰਡ ਦੇ ਵਿੱਚ ਵੀ ਬਈ ਸਤਨਾਮ ਸਿੰਘ ਜੀ ਇਸ ਤਰ੍ਹਾਂ ਦਾ ਕਾਰਜ ਕਰਦੇ ਨੇ? ਪਤਾ ਹੈ ਜੀ, ਇਲਾਕੇ 'ਚ ਵੀ ਪਤਾ ਹੈ, ਪਿੰਡ ਵੀ ਪਤਾ ਹੈ ਜੀ। ਹਾਂ ਜੀ, ਹਾਂ, ਵੀ ਸਮਾਨ ਇਕੱਠਾ ਕਰਿਆ ਬੰਨੇ ਜੀ। ਫਿਰ ਤੇ ਬਹੁਤ ਸਨਮਾਨ ਵਗੈਰਾ ਹੋਏ ਹੋਣੇ ਆ ਤੁਹਾਡੇ, ਬਹੁਤ ਲੋਕਾਂ ਨੇ ਤੁਹਾਨੂੰ ਤੇ ਮਿਲ ਕੇ ਇੱਥੇ ਤਾਂ ਇਲਾਕੇ ਦੇ ਵਿੱਚ ਤਾਂ ਬਲਾ ਫੰਕਸ਼ਨਾਂ 'ਚ ਮੋਮੈਂਟੋ ਦਿੰਦੇ ਹੋਣੇ ਤੁਹਾਨੂੰ? ਨਹੀਂ ਜੀ, ਅੱਜ ਤੱਕ ਕਿਸੇ ਨੇ ਕੋਈ ਸਨਮਾਨ ਨਹੀਂ ਕਰਿਆ, ਕਿਸੇ ਕੋਈ ਟੂਰਨਾਮੈਂਟ ਪਰ, ਕੋਈ ਕਿਤੇ ਫੰਕਸ਼ਨ ਹੁੰਦਾ ਜਿਹੜਾ, ਕਿਸੇ ਨੇ ਆਪਾਂ ਨੂੰ ਕੋਈ ਮਦਦ ਨਹੀਂ, ਕੋਈ ਮੋਮੈਂਟੋ ਨਹੀਂ, ਕੋਈ ਕੁਛ ਨਹੀਂ ਦਿੱਤਾ ਜੀ। ਅੱਛਾ ਜੀ। ਹਾਂ ਜੀ, ਹਾਂ। ਦੇਖੋ ਇਹ ਗੱਲ ਬਹੁਤ ਮਾੜੀ ਹੈ, ਅਸੀਂ ਕਹਿੰਦੇ ਆ ਵੀ ਸਾਡਾ ਵਿਰਸਾ ਅਸੀਂ ਭੁੱਲਦੇ ਜਾ ਰਹੇ ਹਾਂ। ਕੋਈ ਵੀ ਫੰਕਸ਼ਨ ਹੁੰਦਾ, ਕੋਈ ਵੀ ਕਿਤੇ ਗੱਲ ਹੁੰਦੀ ਹੈ, ਖੇਡਾਂ ਦੇ ਵਿੱਚ ਚਲ ਜਾਈਏ, ਗੱਲ ਵਿਰਸੇ ਦੀ ਹੋਣੀ ਹੈ। ਜਦੋਂ ਗੱਲ ਵਿਰਸੇ ਦੇ ਲਈ ਪ੍ਰੋਗਰਾਮ ਹੁੰਦਾ ਹੈ, ਵਿਰਾਸਤੀ ਪ੍ਰੋਗਰਾਮ ਹੁੰਦੇ ਆ, ਸੱਭਿਆਚਾਰਕ ਪ੍ਰੋਗਰਾਮ ਹੁੰਦਾ, ਉੱਥੇ ਗੱਲ ਵਿਰਸੇ ਦੀ ਹੋਣੀ ਹੈ ਵੀ ਵਿਰਸਾ ਸਾਂਭੋ। ਤੇ ਯਾਰ ਵਿਰਸਾ ਸਾਂਭਣ ਵਾਲਿਆਂ ਨੂੰ ਅਸੀਂ ਕਿੰਨਾ ਕੁ ਸਾਂਭ ਲਿਆ। ਤੇ ਇਹ ਦੇਖੋ ਜੀ, ਇਹ ਬਾਈ ਜੀ ਹੋਰਾਂ ਨੇ ਇਹਨਾਂ ਨੇ ਇੱਥੇ ਕਾਰਪੋਰੇਟ ਘਰਾਣਿਆਂ ਦੇ ਵਾਂਗੂ ਕਰੋੜਾਂ ਰੁਪਏ ਨਹੀਂ ਕਮਾ ਲਿਆ, ਨਾ ਕਮਾਉਂਦੇ ਨੇ, ਨਾ ਕੋਈ ਟਿਕਟ ਹੈ, ਪਰ ਬਾਈ ਜੀ ਦੀ ਇਹ ਨਿਰਾਸ਼ਤਾ ਭਰੇ ਬੋਲਾਂ ਨੇ ਮੇਰੇ ਤੇ ਇੱਕ ਡੂੰਘੀ ਸੱਟ ਮਾਰੀ ਹੈ ਵੀ ਯਾਰ ਪੰਜਾਬੀਓ, ਅਸੀਂ ਜਮਾ ਹੀ ਖਤਮ ਹੋ ਗਏ ਯਾਰ। ਕਿ ਬਾਈ ਜੀ ਹੋਰਾਂ ਦਾ ਇੱਕ ਮੋਮੈਂਟੋ ਕਿੰਨੇ ਦਾ ਆ ਜਾਂਦਾ, ਹੱਲਾਸ਼ੇਰੀ ਮਿਲਦੀ ਹੈ ਉਹਦੇ ਨਾਲ, ਤੇ ਆਪਾਂ ਇੰਨੇ ਜੋਗੇ ਵੀ ਨਹੀਂ ਹੈਗੇ ਵੀ ਜਿਹੜੇ ਸਾਂਭ ਰਹੇ ਯਾਰ ਅਸੀਂ ਉਹਨਾਂ ਨੂੰ ਹੀ ਸਾਂਭ ਲਈਏ ਜਾਂ ਉਹਨਾਂ ਦਾ ਹੀ ਸਤਿਕਾਰ ਕਰ ਲਈਏ ਤਾਂ ਜੋ ਉਤਸ਼ਾਹਿਤ ਹੋ ਜਾਣ। ਪਰ ਇਹ ਗੱਲ ਬਹੁਤ ਦੁਖਦਾਇਕ ਆ। ਹੁਣ ਮੈਂ ਗੁਜ਼ਾਰਿਸ਼ ਜ਼ਰੂਰ ਕਰਾਂਗਾ ਲਾਗ ਪਾਸ ਦੇ ਪਿੰਡਾਂ ਵਾਲਿਆਂ ਨੂੰ ਤੇ ਜਿਹੜੇ ਵਿਦੇਸ਼ ਬੈਠੇ ਨੇ ਲੋਕ, ਕਿਉਂਕਿ ਤੁਸੀਂ ਉੱਥੇ ਬੈਠ ਕੇ ਬਹੁਤ ਦਰਦ ਰੱਖਦੇ ਹੋ ਆਪਣੇ ਸੱਭਿਆਚਾਰ ਲਈ, ਪੰਜਾਬ ਲਈ, ਤੇ ਜੇ ਬਾਈ ਜੀ ਹੋਰੀ ਇਹ ਕੰਮ ਕਰੀ ਬੈਠੇ ਨੇ ਢਿੱਡ ਫੂਕ ਕੇ, ਤਾਂ ਤੁਸੀਂ ਇਹਨਾਂ ਦਾ ਬਣਦਾ ਸਨਮਾਨ ਜਿੱਥੇ ਜਿਵੇਂ ਕਰ ਸਕਦੇ ਹੋ ਜ਼ਰੂਰ ਕਰਿਓ। ਨੰਬਰ ਵੀ ਮੈਂ ਬਾਈ ਜੀ ਹੋਰਾਂ ਦਾ ਦਿੰਦਾ ਤੁਹਾਨੂੰ। ਕਿੰਨਾ ਨੰਬਰ ਬਾਈ ਜੀ ਆਪਣਾ? ਮੇਰਾ ਨੰਬਰ ਹੈਗਾ ਜੀ 97814 49534, 97814 49534 ਮੇਰਾ ਫ਼ੋਨ ਨੰਬਰ ਆ। ਸਤਨਾਮ ਸਿੰਘ ਮੇਰਾ ਨਾਮ ਜੀ। ਹਾਂਜੀ। ਤੇ ਹੁਣ ਤੱਕ ਜੇ ਆਪਾਂ ਕਹਿ ਲਈਏ ਵੀ ਬਹੁਤ ਲੋਕਾਂ ਨੇ ਤੁਹਾਨੂੰ ਅਪਰੋਚ ਕੀਤੀ ਹੋਣੀ ਵੀ ਸਮਾਨ ਸਾਨੂੰ ਦੇ ਦਿਓ, ਜਾਂ ਕੋਈ ਕੀਮਤ ਪਈ ਆ ਹੁਣ ਤੱਕ ਜੀ? ਕੀਮਤ ਦੀ ਗੱਲ ਛੱਡ ਦਿਓ ਜੀ, ਇੰਨੇ ਕਾਏ ਆ ਹੁਣ ਨਾ ਥੋਤੇ ਕਾਹਦੀ ਹੁਣ ਗੱਲ ਚੱਲ ਪਈ, ਕਹਿ ਦਿੰਦੇ ਆ ਵੀ ਢਿੱਡ ਫੂਕ ਤਮਾਸ਼ਾ ਦੇਖ, ਪੈਸਾ ਫੂਕ ਤਮਾਸ਼ਾ ਦੇਖ। ਮੈਂ 3 ਵਾਰੀ ਟਰੈਕਟਰ ਲਿਆਉਣੇ ਨੂੰ ਪੈਸੇ ਇਕੱਠੇ ਕਰ ਲਏ। ਅੱਛਾ ਜੀ। ਛੋਟਾ ਜਿਹਾ ਜ਼ਿਮੀਂਦਾਰ ਆ ਮੈਂ, 3 ਵਾਰੀ ਫਸਲਾਂ 'ਚੋਂ ਡੰਗਰ ਵੇਚ ਕੇ ਪੈਸੇ ਇਕੱਠੇ ਕਰ ਲਏ, ਮੇਰੇ ਤੇ ਟਰੈਕਟਰ ਨਹੀਂ ਲਏ ਹੋਇਆ, ਇਹ ਸਮਾਨ 'ਚ ਵੜ ਗਈ। ਚੌਥੀ ਵਾਰੀ ਹੁਣ ਮੇਰੇ ਘਰ ਦੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਤੇ ਇੱਕ ਦਾਦੀ ਜੀ ਦੀ ਡੈਥ ਹੋ ਗਈ, ਤਾਂ ਉਦੋਂ ਉੱਪਰ ਤੇ ਮੈਨੂੰ ਵੀ ਅਧਰੰਗ ਦਾ ਦੌਰਾ ਪੈ ਗਿਆ, ਬੁੱਲਾ ਪੈ ਗਿਆ, ਤਾਂ ਮੇਰਾ ਵੀ ਬਾਂਹ ਲੱਤ ਮੂੰਹ ਖੜ ਗਿਆ। ਤਾਂ ਵੀ ਲੋਕਾਂ ਦੇ ਖਬਰਾਂ ਵਾਲਿਆਂ ਦੇ ਘੱਟ ਫੋਨ ਆਉਂਦੇ ਤੇ ਸਮਾਨ ਖਰੀਦਣ ਵਾਲਿਆਂ ਦੇ ਜ਼ਿਆਦਾ ਆਉਂਦੇ ਤੇ ਵੀ ਹੁਣ ਤੈਨੂੰ ਪੈਸਿਆਂ ਦੀ ਲੋੜ ਆ, ਵੀ ਜੇ ਤਾਂ ਕੋਈ ਸਮਾਨ ਵੇਚਣਾ ਤਾਂ ਸਾਨੂੰ ਦੱਸ। ਵੀ ਇਹੋ ਜਿਹੇ ਲੋਕ ਆ। ਪਰ ਜੀ ਔਖੀ ਕੱਟ ਲਈ, ਵਿਆਜ ਪਰ ਪੈਸੇ ਫੜ ਲਏ ਪਰ ਸਮਾਨ ਵੇਚਿਆ ਨਹੀਂ, ਨਾ ਵੇਚਣੇ ਦੀ ਚਾਹਨਾ ਹੈ, ਔਖੇ ਭੁੱਖ ਨੰਗ ਕੱਟੀ ਜਾਂਦੀ ਆ ਵੀ, ਪਰ ਸਮਾਨ ਵੇਚਣੇ ਦਾ ਨਾ ਇਰਾਦਾ, ਨਾ ਹੀ ਕਦੇ ਵੇਚਣਾ। ਹਾਂ, ਇਹ ਸੱਭਿਆਚਾਰ ਬਚਾਉਣਾ ਆਪਾਂ ਨੇ ਤਾਂ ਸ਼ੌਂਕ ਆ ਜੀ, ਇੱਕ ਨੇ ਜਿੰਦਾ ਜਾਗਦਾ ਰੱਖਣਾ। ਲੋਕਾਂ ਨੂੰ ਪਤਾ ਵੀ ਹੁਣ ਇਹ ਕਰੋੜਾਂ ਰੁਪਏ ਦੀ ਕਲੈਕਸ਼ਨ ਪਈ ਆ ਸਤਨਾਮ ਸਿੰਘ ਹੋਰਾਂ ਦੇ ਕੋਲ, ਉਹਨਾਂ ਨੇ ਇਹ ਨਹੀਂ ਕਹਿਣਾ ਵੀ ਬਾਈ ਬਿਮਾਰ ਹੋ ਗਿਆ, ਸਾਡੇ ਬੰਦੇ ਨੇ ਵਿਰਸਾ ਸਾਂਭਿਆ, ਵੀ ਅਸੀਂ ਮਦਦ ਕਰਦੇ ਹਾਂ, ਸਮਾਨ ਖਰੀਦ ਲੈਂਦੇ ਹਾਂ। ਹਾਂ, ਸਮਾਨ ਨੂੰ ਮੈਨੂੰ ਕਈ ਮਿੱਤਰਾਂ ਦੇ ਫੋਨ ਆਏ ਆ, ਗਾਇਲੇ ਕਾਫੀ ਕਰੀਬੀਆਂ, ਜੇ ਤੈਨੂੰ ਪੈਸਿਆਂ ਦੀ ਲੋੜ ਆ ਤਾਂ ਵਿੱਚ ਤੇ ਥੋੜ੍ਹਾ ਬਹੁਤਾ ਸਮਾਨ ਵੇਚ ਦੇ। ਇੱਕ ਕਹੇ ਮੈਨੂੰ ਤੂੰ ਰੱਥ ਵੇਚ ਲੈ ਜੇ ਵੇਚਣਾ। ਵੀ ਮੈਂ ਜੀ ਫਿਰ ਹੁਣ ਔਖੀ ਕੱਟ ਲਈ, ਪਰ ਮੈਂ ਉਹਨਾਂ ਨੂੰ ਕਿਹਾ ਵੀ ਮਹਾਂ ਵੀ ਆਹ ਮੇਰੇ ਕੋਲ ਗੱਲ ਨਾ ਕਰਿਓ ਕਦੇ ਵੀ ਸਮਾਨ ਦੀ। ਔਖੀ ਕੱਟ ਲੈ ਕਿ ਤੰਗੀ ਹੋਰ, ਜਿੱਥੇ ਹੁਣ ਤੱਕ ਤੰਗੀਆਂ ਹੀ ਕੱਟਦੇ ਆਏ ਆ, ਹੁਣ
ਸਾਰੀ ਜ਼ਿੰਦਗੀ 'ਚ ਫੋਨ ਨਾਲ ਸੋ ਜੁੜਿਆ। ਗੱਲ ਹੈ ਇੱਕ, ਮਾੜੇ ਕੱਪੜੇ ਪਾ ਕੇ ਸਾਰ ਲਿਆ, ਬੱਸਾਂ ਨੂੰ ਜਾ ਕੇ ਗੁਰਦੁਆਰਾ ਸਾਹਿਬਾਂ 'ਚ ਰਾਤਾਂ ਕੱਟ ਕੇ ਸਮਾਨ ਇਕੱਠਾ ਕਰਿਆ, ਅੱਡਿਆਂ 'ਚ ਪੈ ਕੇ ਸਮਾਨ ਇਕੱਠਾ ਕਰਿਆ। ਪਰ ਹੁਣ ਮੈਂ ਆਪਣਾ ਇੰਨੀ 23-24 ਸਾਲ ਦੀ ਮਿਹਨਤਾਂ ਇੱਕ ਦਿਨ 'ਚ ਦੇਣੇ ਨੂੰ ਤਾਂ ਕੋਈ ਲੱਗਣਾ। ਮੇਰੇ ਭਾਈ ਭਤੀਜੇ ਮੈਨੂੰ ਕਹਿੰਦੇ ਵੀ ਤੈਨੂੰ 3 ਕਿੱਲੇ ਜ਼ਮੀਨ ਦੇ ਮਿਲਦੇ ਆ, 3 ਤੇਰੇ ਕੋਲ, ਤੇਰੇ 6 ਕਿੱਲੇ ਹੋ ਜਾਣਗੇ, ਤੇਰਾ ਵਧੀਆ ਰੁਜ਼ਗਾਰ ਚੱਲ ਪਊਗਾ, ਤੂੰ ਸਮਾਨ ਦੇ। ਪਰ ਮੈਂ ਦਿੱਤਾ ਨਹੀਂ, ਕਿਉਂਕਿ ਜੇ ਮੈਂ ਸਮਾਨ ਦੇਤਾ ਤਾਂ ਇਹ ਸਮਾਨ ਤਾਂ ਖਤਮ ਹੋ ਜਾਣਾ। ਉਹਨਾਂ ਨੇ ਤਾਂ ਇਹਦੇ ਉੱਪਰ ਤੇ ਪੈਸੇ ਬਣਾਉਣ ਲੱਗ ਜਾਣਾ, ਮਿਊਜ਼ੀਅਮ ਖੋਲ੍ਹ ਦੇਣੇ ਆ ਜਾਂ ਹਵੇਲੀ 'ਚ ਰੱਖ ਲੈਣੇ, ਕਿਤੇ ਵੀ ਰੱਖ ਲੈਣਾ। ਮੈਂ ਕਹਿੰਦਾ ਮੈਂ ਜਿੰਨਾ ਹੋ ਸਕਦਾ ਲੋਕਾਂ ਦੀ ਫ੍ਰੀ ਸੇਵਾ ਕਰਾਂ, ਫ੍ਰੀ ਦਿਖਾਵਾਂ। ਆਉਣ, ਚਾਹ ਪਾਣੀ ਰੋਟੀ ਪਾਣੀ ਤਿਆਰ ਆ ਜੀ, ਆਪਾਂ ਅਗਲੇ ਨੂੰ ਛਕਾਈ। ਇਹ ਸਮਾਨ ਦੇ ਬਦਲੇ 3 ਕਿੱਲੇ ਜ਼ਮੀਨ ਦੇ ਮਿਲ ਰਹੇ ਸੀ? ਹਾਂ, 3 ਕਿੱਲੇ ਜ਼ਮੀਨ ਦੇ ਮੈਨੂੰ ਮਿਲ ਹਟੇ। ਕਿੰਨੇ ਰੁਪਏ ਕਿੱਲਾ ਜ਼ਮੀਨ ਚੱਲਦੀ? 25 ਲੱਖ ਨੂੰ ਵੀ ਲਾ ਲਓ ਜੀ, 25 ਤੀਆ 75। ਹਾਂ ਵੀ 80 ਲੱਖ ਵਾਲਾ ਵੀ ਆਲੇ ਬਥੇਰੇ ਆਲੇ, ਚਾਹੇ ਕੋਈ ਟਪਕਾਰ ਮਾਰਨੇ ਵਾਲਾ, ਚਾਹੇ ਕੋਈ ਅਸਲ ਕਹਿਣੇ ਵਾਲਾ, ਪਰ ਆਏ ਬਥੇਰੇ ਆ ਸਮਾਨ ਨੂੰ, ਪਰ ਮੈਂ ਆਪਾਂ ਨੇ ਦਿੱਤਾ ਨਹੀਂ। ਹਾਂ, ਜੇ ਕਿਸੇ ਨੇ ਫ੍ਰੀ ਵੀ ਦੇਤਾ ਤਾਂ ਉਹਦਾ ਵੀ ਸਾਂਭ ਕੇ ਕਿਸੇ ਕਣਸ ਪਰ, ਕਿਸੇ ਕੰਧ ਪਰ ਟੰਗਿਆ ਵਾ, ਪਰ ਵੇਚਣਾ ਨਹੀਂ ਕਦੇ ਵੀ। ਵੇਚ ਕੇ ਕੋਈ ਫਾਇਦਾ ਨਹੀਂ ਜੀ, ਫਿਰ ਤਾਂ ਚੀਜ਼ ਵੇਚਤੀ ਖਤਮ ਹੋ ਗਈ, ਉਹ ਕੋਲ ਪਈ ਆ, ਉਹਦਾ ਤਾਂ ਗਾਣਾ ਨਿੱਘੇ ਹੌਸਲਾ ਹੀ ਬਹੁਤ ਆ ਜੀ। ਦੇਖ ਕੇ ਆਪਣੇ ਸਮਾਨ ਨੂੰ, ਆਰਾਮ ਕੁਰਸੀ ਪਈ ਆ, ਇਹਦੇ ਪਰ ਆ ਕੇ ਬਹਿ ਜੀਦਾ। ਜਿਹੜਾ ਕੋਈ ਸਾਫ਼ ਸਫਾਈ ਕਰਨ ਵਾਲਾ ਸਾਫ਼ ਸਫਾਈ ਕਰ ਲਈਦਾ, ਦੇਖੀਦਾ, ਸੋਚੀਦਾ ਵੀ ਮਨ 'ਚ ਕੋਈ ਜਿਹੜਾ ਸਮਾਨ ਨਹੀਂ ਤਾਂ ਉਹਦਾ ਲੱਭੀਦਾ। ਇਹ ਜਿਹੜਾ ਹੈਗਾ ਜੀ, ਇਹ ਟੈਲੀਫੋਨ, ਇਹ ਕਦੋਂ ਦਾ, ਇਹ ਕਿੱਥੋਂ ਦਾ? ਇਹ ਪੁਰਾਣਾ ਜੀ, ਅੰਗਰੇਜ਼ਾਂ ਦੇ ਟਾਈਮ ਦਾ ਫੋਨ ਹੈ ਜੀ। ਅੱਛਾ ਜੀ। ਹਾਂਜੀ, ਉਹ ਛੰਨਾ ਸਭ ਤੋਂ ਬੜਾ ਛੰਨਾ ਹੈ, ਹਰਿਆਣੇ 'ਚੋਂ ਲਿਆਇਆ ਮੈਂ। 35-37 ਹਜ਼ਾਰ ਰੁਪਏ ਦਾ ਸਮਾਨ ਲੈ ਕੇ ਆਇਆ ਜੀ ਖਰੀਦ ਕੇ ਉੱਧਰ ਤੇ, ਜਿਹੜਾ ਆਪਣੇ ਪੰਜਾਬ 'ਚੋਂ ਖਤਮ ਹੋ ਗਿਆ, ਮਿਲਿਆ ਨਹੀਂ, ਉਹ ਮੈਂ ਹਰਿਆਣੇ 'ਚੋਂ ਇਕੱਠਾ ਕਰਕੇ ਲੈ ਕੇ ਆਇਆ। ਹੁਣ ਤੱਕ ਕਿੰਨਾ ਕੁ ਪੈਸਾ ਲਾਤੇ ਆ ਇਸ ਸਮਾਨ ਤੇ? ਕੋਈ ਲਗਾਈ ਹੋਈ ਹੈ, ਕੋਈ ਕਾਪੀ ਕੂਪੀ? ਹੁਣ ਜੀ ਤੁਸੀਂ ਪੈਸੇ ਦੀ ਤਾਂ ਐਂ ਹਿਸਾਬ ਕਰ ਲਓ ਵੀ 23-24 ਸਾਲ ਦੀ ਜਿੰਨੀ ਆਮਦਨ ਸੀ, ਜਿੰਨੀ ਮਿਹਨਤ ਕਰੀ ਆ, ਦੁੱਧ ਵੀ ਪਾਇਆ, ਡੰਗਰ ਵੀ ਵੇਚਿਆ, ਖੇਤੀ ਵੀ, ਮੈਂ ਕਿਹੜੇ ਕੋਈ ਘਰ ਮਕਾਨ ਹੋਰ ਕੁਛ ਬਣਾਇਆ, ਕੋਈ ਵਿਆਹ ਨਹੀਂ ਕਰਿਆ, ਤਾਂ ਸਾਰਾ ਇਹਦੇ ਪਰੇ ਲਾਇਆ। ਅੱਛਾ ਜੀ। ਹਾਂ, ਜਿੰਨੀ ਮੇਰੀ ਪੂੰਜੀ ਦੀ ਸਾਰੀ ਘਰਦਿਆਂ ਦੇ ਗਹਿਣੇ ਵੇਚ ਕੇ ਵੀ ਮੈਂ ਸਮਾਨ ਇਕੱਠਾ ਕਰਿਆ। ਕਿਤੇ ਕੋਈ ਪਿੰਡ ਵਾਲਾ ਨਾ ਸਾਨੂੰ ਕਹਿ ਦੇ ਵੀ ਬਾਈ ਦੇਖੋ ਸਤਨਾਮ ਸਿੰਘ ਉੱਥੇ ਕਹਿੰਦਾ ਸੀ ਅਸੀਂ ਸਨਮਾਨਿਤ ਨਹੀਂ ਕਰਿਆ, ਜਾਂ ਮੈਨੂੰ ਹੁਣ ਤੱਕ ਕਿਸੇ ਨੇ ਕੋਈ ਪੈਸਾ ਵੀ ਨਹੀਂ ਦਿੱਤਾ ਨਾ ਲੈ, ਮਤਲਬ ਕਿ ਜੇ ਕੋਈ ਫੋਨ ਹੀ ਕਰਦੇ ਬਾਹਰੋਂ ਵੀ ਬਾਈ ਅਸੀਂ 50,000 ਰੁਪਇਆ ਭੇਜਿਆ ਸੀ ਸਤਨਾਮ ਸਿੰਘ ਹੋਰਾਂ ਨੂੰ, ਮਤਲਬ ਇਹ ਨਹੀਂ ਜੀ, ਜੇ ਕੋਈ ਕਹਿ ਦੇਵੇ ਵੀ ਮੈਂ 5,000 ਤੇ ਵੱਧ ਭੇਜਿਆ ਜੀ। ਇੱਕ ਮੁੰਡੇ ਨੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇਹਨੇ ਦੀਪੀ ਨੇ ਜੀ, ਇੱਥੇ ਵਾਲੇ ਨੇ, ਖਾਬੜੇ ਵਾਲੇ ਨੇ 5,000, ਤਾਂ ਇੱਕ ਜਿਹੜਾ ਸ਼ਮਸ਼ੇਰ ਆ ਉੱਥੇ ਤੋਂ ਆਪਣੇ ਹਰਿਆਣੇ 'ਚੋਂ, ਉਹਨੇ 8,000। ਇਹ ਤੇ ਵੱਧ ਕੋਈ ਮੈਨੂੰ ਕਹਿ ਦੇਵੇ ਵੀ ਮੈਂ 10 ਰੁਪਏ ਦਿੱਤੇ ਆ, 50 ਤਾਂ ਬਹੁਤ ਦੂਰ ਦੀ ਗੱਲ, ਕੋਈ 10 ਕਹਿ ਦੇਵੇ। ਇੱਕ 30 ਨੰਬਰ ਆ ਬਹਾਦਰ ਸਿੰਘ ਆ, ਇਹਨੇ ਸਮਾਨ ਦਿੱਤਾ, ਪੈਸਿਆਂ ਦੀ ਇਹਨੇ ਵੀ ਕੋਈ ਨਹੀਂ, ਇਹਨੇ ਮਾੜੇ ਮੋਟੇ ਭਾਂਡੇ ਲਿਆ ਕੇ ਦਿੱਤੇ ਆ। ਤਾਂ ਇੱਕ ਦਰੀ, ਇੱਕ ਖੇਸ ਇੱਥੇ ਦਾ ਮੁੰਡਾ ਦੇ ਕੇ ਗਿਆ। ਮੰਨ ਲਓ ਤੁਸੀਂ ਸਾਰਾ ਹੀ 20,000 ਰੁਪਏ ਦਾ ਸਮਾਨ ਆਪਣੇ ਕੋਲ ਅੱਜ ਤੱਕ ਬਾਹਰ ਤੋਂ ਆਇਆ ਨਹੀਂ ਕਰੀ। ਹਾਂ, ਜੇ ਹੁਣ ਪੁੱਤ ਨੂੰ ਸਿੱਖਿਆ ਦਿੱਤੀ ਹੈ ਜੀ ਵੀ ਪੁੱਤ ਇਹ ਵੇਚਣਾ ਨਹੀਂ ਹੈਗਾ, ਇਹ ਸਾਡਾ ਵਿਰਸਾ, ਇਹਨੂੰ ਸਾਂਭ ਕੇ ਰੱਖਣਾ, ਉਹਨੂੰ ਮੇਤੇ ਵੱਧ ਝੂੰਡਾ। ਜੇ ਮੈਂ ਘਰਾਂ ਨਹੀਂ ਤਾਂ ਸਮਾਨ ਦੇਖਣਾ, ਉਹਨੇ ਕੱਲੀ ਚੀਜ਼ ਅਗਲੇ ਨੂੰ ਦਿਖਾਉਣੀ ਆ। 12 ਸਾਲ ਉਹਦੀ 10 ਕੁ ਸਾਲ ਦੀ ਉਮਰ ਹੈ ਜੀ, ਉਹਨੂੰ ਮੇਤੇ ਵੱਧ ਗਿਆਨ ਹੁੰਦਾ ਜਾਂਦਾ। ਹਾਂ, ਕਿਉਂਕਿ ਮੇਰੀ ਬੇਟੀ ਤੋਂ 7 ਸਾਲ ਛੋਟਾ ਹੈ। ਹਾਂਜੀ, ਤਾਂ ਬੇਟੀ ਨੂੰ ਵੀ ਗਿਆਨ ਆ, ਘਰਦਿਆਂ ਨੂੰ ਵੀ ਆ, ਮਾਤਾ ਪਿਤਾ ਨੂੰ ਵੀ ਆ, ਸਾਰੇ ਜਾਣੇ। ਐਂ ਨਹੀਂ, ਇਕੱਲਾ ਨਹੀਂ ਕੋਈ ਵੀ ਕੁਛ ਕਰਦਾ ਹੁੰਦਾ, ਜੇ ਘਰਦਿਆਂ ਦਾ ਸਹਿਯੋਗ ਹੁੰਦਾ ਤਾਂ ਚੀਜ਼ ਲੈ ਹੁੰਦੀ ਆ। ਹੁਣ ਜਦ ਮੈਨੂੰ ਪੈਸਿਆਂ ਦੀ ਲੋੜ ਤੀ ਤਾਂ ਘਰਦਿਆਂ ਨੇ ਮੇਰੀ ਪੂਰੀ ਹੈਲਪ ਕਰੀ ਆ। ਅਸੀਂ, ਮੈਂ ਤੁਹਾਨੂੰ ਦੱਸਿਆ ਵੀ ਕਹਿੰਦੇ ਵੇਚ ਕੇ ਸਮਾਨ ਲੱਤਾ, ਕਿ ਉਹ ਤਾਂ ਜਦ ਮਰਜ਼ੀ ਬਣਾ ਲਾ, ਆ ਜਿਹੜਾ ਢਲ ਗਿਆ ਉਹਨੇ ਦੁਬਾਰੇ ਨਹੀਂ ਤਾਂ ਬਣਨਾ। ਸੋ ਦੋਸਤੋ, ਪਹਿਲੇ ਜ਼ਮਾਨੇ ਦੇ ਵਿੱਚ ਇਹ ਵੀ ਜਿਹੜੇ ਹੈਗੇ ਆ ਲੋਕ, ਜਦੋਂ ਮਨੋਰੰਜਨ ਦਾ ਇੱਕ ਸਾਧਨ ਸੀਗਾ, ਜਿਵੇਂ ਅੱਜ ਕੱਲ੍ਹ ਟੇਪ ਰਿਕਾਰਡ ਜਾਂ ਫਿਰ ਹੁਣ ਤਾਂ ਚਲੋ ਮੋਬਾਈਲ ਵਗੈਰਾ ਆ ਗਏ, ਉਦੋਂ ਇਹ ਗ੍ਰਾਮੋਫੋਨ ਹੁੰਦੇ ਸੀਗੇ ਜਿਹਨਾਂ ਨੂੰ ਗੇੜਾ ਦੇਣ ਤੋਂ ਬਾਅਦ ਇਹ ਚੱਲਦੇ ਸੀਗੇ। ਸੋ ਬਾਈ ਜੀ ਇਹ ਅੱਜ ਚੱਲਦਾ ਜੀ? ਹਾਂਜੀ, ਇਹ ਚੱਲਦਾ ਜੀ। ਇਹਦੇ ਪਰ ਪੱਥਰ ਦੇ ਲਾਖ ਦੇ ਰਿਕਾਰਡ ਬਣੇ ਹੋਏ ਹੁੰਦੇ, ਉਹ ਚੱਲਦੇ ਆ ਜੀ। ਇਹਦੀ ਹਰੇਕ ਰਿਕਾਰਡ ਦੇ ਬਾਅਦ ਸੂਈ ਬਦਲਣੀ ਪੈਂਦੀ ਤੀ। ਇੱਕ ਚਾਬੀ ਇੱਕ ਰਿਕਾਰਡ ਕੱਢ ਦਿੰਦੀ ਤੀ, ਇੱਕ ਸੂਈ ਇੱਕੋ ਰਿਕਾਰਡ ਕੱਢਦੀ ਤੀ। ਉਹਦਾ ਜਦੇ ਘਸ ਜਾਂਦੀ, ਉਹ ਦੁਬਾਰੇ ਫਿਰ ਤਿੱਖੀ ਕਰਕੇ ਲਾਉਣ ਤੇ, ਜਾਂ ਫਿਰ ਨਵੀਆਂ ਲੈ ਕੇ ਰੱਖੇ ਬੰਦੇ ਉਹਦੇ ਡੱਬੀ, ਤਾਂ ਨਵੀਂ ਪਾ ਕੇ ਲਾ ਦਿੰਦੇ। ਮੈਂ ਤੁਹਾਨੂੰ ਚਲਾ ਕੇ ਦਿਖਾ ਦਿੰਦਾ। ਠੀਕ ਹੈ ਜੀ। ਸੂਈ ਬਦਲਣੇ ਵਾਲੀ ਹੈ ਜੀ, ਤਿੱਖੀ ਕਰਨੇ ਵਾਲੀ ਆ। ਹਾਂਜੀ, ਜਿੰਨੀ ਤਿੱਖੀ ਹੋਊਗੀ ਉਨੀ ਸਾਫ਼ ਆਵਾਜ਼? ਹਾਂਜੀ ਹਾਂ, ਉਨੀ ਆਵਾਜ਼ ਸਾਫ਼ ਹੋਊਗੀ ਇਹਦੀ। ਅੱਛਾ, ਇਹ ਮਤਲਬ ਕਿ ਕੈਸਟਾਂ ਵੀ ਰੱਖੀਆਂ ਹੋਈਆਂ ਤੁਸੀਂ? ਹਾਂਜੀ, ਇਹ ਪੁਰਾਣੀਆਂ ਕੈਸਟਾਂ ਜੀ, ਪੁਰਾਣੇ LP ਰਿਕਾਰਡ ਆ ਜੀ, ਤੁਹਾਨੂੰ ਉਹ ਦਿਖਾ ਦਿੰਦੇ ਆ। ਮਸ਼ੀਨ ਚੱਲਦੀ ਆ ਜੀ। ਜੀ। ਹਾਂਜੀ, ਇਹ ਰਿਕਾਰਡ ਆ ਜੀ ਪੁਰਾਣੇ।
ਇਹ 'ਚ 70 ਕਾਟ ਹੁੰਨੇ ਜੀ ਇੱਕ ਪਾਸੇ ਜੀ। ਅੱਛਾ ਜੀ। ਹਾਂਜੀ, ਇਹ ਵੀ ਆਪਾਂ ਚੱਲਦਾ ਸਾਰਾ ਰੱਖਿਆ ਹੋਇਆ ਜੀ। ਕੋਈ 500 ਆਪਣੇ ਕੋਲ ਕੈਸਟ ਹੋਊਗੀ, 200-250 ਰਿਕਾਰਡ ਹੋਊਗਾ ਜੀ। ਤੇ ਇੱਕ ਹੋਰ ਬਹੁਤ ਸਪੈਸ਼ਲ ਚੀਜ਼ ਤੁਹਾਨੂੰ ਅਸੀਂ ਦਿਖਾਉਣੀ ਹੈ, ਉਹ ਹੈ ਜੀ ਇਹ ਨਲਕਾ। ਨਲਕਾ ਬਹੁਤ ਬੜਾ ਜੀ ਇਹ ਨਲਕਾ ਤਾਂ ਜੀ ਅਜੇ ਵੀ ਬੜਾ ਹੈ, ਇਦੋਂ ਵੀ ਛੋਟੇ ਹੁੰਦੇ ਤੇ ਇੱਕ ਨੰਬਰ ਜੀ। ਇਹ ਉਹ ਨਲਕਾ ਤਾਂ ਨਹੀਂ ਜਿਹੜਾ ਸਨੀ ਦਿਓਲ ਨੇ ਪੱਟਿਆ ਜਿਹੜਾ ਹਾਂ, ਉੱਕਣਾ ਦਾ ਹੀ ਹੈ ਜੀ, ਇਹਨੂੰ ਕੁੱਤਾ ਨਲਕਾ ਕਹਿੰਦੇ ਆ ਜੀ। ਕੁੱਤਾ ਨਲਕਾ? ਹਾਂ ਜੀ, ਕੁੱਤਾ ਨਲਕਾ। ਅੱਗੇ ਆਪਣੇ ਕੋਲ ਪਾਣੀ ਹੁੰਦੇ ਤੇ ਜ਼ਿਆਦਾ ਉੱਪਰ ਆ, ਤਾਂ ਉੱਪਰ ਪਾਣੀ ਕਰਕੇ ਇਹੀ ਨਲਕੇ ਚੱਲਦੇ ਤੇ। ਇੰਨਾ ਕੁ ਨਲਕਾ ਪੱਟ ਕੇ ਉਹ ਤਾਂ ਜੀ ਬਹੁਤ ਵੱਡਾ ਬਹਾਦਰ ਬਣੀ ਫਿਰਦਾ। ਉਹ ਫਿਰ ਬਣਾਏ ਵੀ ਉਹਨੇ ਇਹਨਾਂ ਦੇ। ਇਹ ਆਪਣੇ ਆਮ ਜੀ ਪਿੰਡਾਂ 'ਚ ਕਿ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਉੱਚਾ ਤਾਂ ਫਿਰ ਇਹੀ ਨਲਕੇ ਤੇ ਪਾਣੀ ਬਹੁਤ ਹੁੰਦੇ ਤੇ ਇੱਕ ਹੈਂਡਲ 'ਚ ਮਾਰੇ ਪਾਣੀ ਚੱਲੀ ਹੋ ਜਾਂਦਾ ਤਾ ਜੀ ਇਹਦਾ। ਇਸ ਤੋਂ ਵੀ ਛੋਟਾ ਨਲਕਾ ਹੈਗਾ ਇੱਕ ਨੰਬਰ, ਇੱਕ ਨੰਬਰ ਆ ਜੀ, ਇਹ 2 ਨੰਬਰ ਆ, ਇੱਕ 4 ਨੰਬਰ ਆ ਜੀ ਆਪਣੇ ਕੋਲ। ਅੱਛਾ 3 ਨੰਬਰ ਨਹੀਂ ਹੈਗਾ, ਸ਼ਾਇਦ 5 ਵੀ ਆਵੇ। 1 2 ਹਰ 4 ਨੰਬਰ 3 ਨਲਕੇ ਹੀ ਆਪਣੇ ਕੋਲ। ਇਹ ਇੰਨਾ ਉੱਚੀ ਪਾਣੀ ਹੁੰਦਾ ਸੀ, ਮਤਲਬ ਕਿ ਫਿਰ ਕਿੱਥੇ ਉੱਚੀ ਥਾਂ ਤੇ ਲੱਗਦਾ ਸੀ ਜੀ ਇਹ? ਨਹੀਂ ਜੀ ਨਹੀਂ, ਪਾਣੀ ਦਾ ਲੈਵਲ ਉੱਚਾ ਤਾਂ ਜਾਨੀ 5 ਫੁੱਟ ਪਰ ਆਪਣੇ ਪਾਣੀ ਤਾਂ 5 ਪਰ 6 ਪਰ ਇਹਨੂੰ ਬੈਠ ਕੇ ਗੇੜ ਦਿੰਦੇ ਸੀ ਜੀ? ਨਾ, ਉੱਚਾ ਕਰਕੇ ਲਾ ਲੈਂਦੇ ਤੇ ਜੀ ਇਹਨੂੰ। ਅੱਛਾ ਅੱਛਾ। ਥੱਲੇ ਤੇ ਮਸ਼ੀਨ ਲਾ ਕੇ ਨਾ ਜੀ ਉੱਚਾ ਕਰਕੇ ਇਹਦੇ ਥੜੀ ਜੀ ਬਣਾ ਲੈਂਦੇ ਤੇ, ਉਹਦੇ ਉੱਪਰ ਇਹਦੇ ਨਟ ਕਸੇ ਜਾਂਦੇ ਤੇ, ਉੱਚਾ ਕਰਕੇ ਲਾ ਲੈਂਦੇ ਤੇ। ਨਹੀਂ, ਨੀਵਾ ਵੀ ਲਾਇਆ ਹੁੰਦਾ ਤਾਂ ਕਈ ਜੀ ਇੱਕਣਾ ਮਰ। ਇਹ ਲਾਲਟਾਨਾਂ ਤਾਂ ਅਸੀਂ ਦੇਖੀਆਂ, ਸਮਝ ਆਉਂਦੀ ਹੈ। ਤੇ ਇਹ ਕਿੰਨੀ ਕੁ ਪੁਰਾਣੀ ਹੈ ਜੀ? ਇਹ ਵੀ ਲਾਲਟਨ ਹੈ, ਇਹ ਸਭ ਤੋਂ ਵੱਧ ਪੁਰਾਣੀ ਹੈ ਜਿਹਦੇ ਵਿੱਚ ਦੀਵਾ ਲੱਗਿਆ ਵਾ। ਹਾਂਜੀ, ਇਹਦੇ ਵਿੱਚ ਤੇ ਇਹ ਜਰਮਨ ਦੀ ਲਾਲਟਨ ਆ ਜੀ, ਆ ਲਿਖਿਆ ਵਾ ਉੱਪਰ। ਆ ਦੇਖੋ ਪਹਿਲੇ ਨੰਬਰ ਵਾਲੀ ਹੈ ਜਿਹੜੀ। ਹਾਂਜੀ, ਇਹ ਜਰਮਨ ਦੀ ਬਣੀ ਵੀ ਆ, ਉਹ ਵੀ ਆਪਣੀ ਨਹੀਂ ਬਣੀ ਵੀ ਹੈਗੀ, ਉਹ ਵੀ ਬਾਹਰ ਦੀ। ਉਹ ਆ ਦੇਖੋ ਲਿਖਿਆ ਵਾ ਉੱਪਰ, ਮੇਡ ਇਨ ਜਰਮਨੀ। ਹਾਂਜੀ। ਤੇ ਅਲਾਦੀਨ ਦਾ ਚਿਰਾਗ ਜੀ? ਨਹੀਂ ਜੀ, ਇਹ ਹੈਗਾ ਹਮਾਮ। ਇਹਦੇ ਵਿੱਚ ਗਰਮ ਚਾਹ ਦੁੱਧ ਰੱਖਣੇ ਨੂੰ ਇਹਦੇ ਗੱਬੇ ਕੋਲੇ ਪੈਂਦੇ ਆ ਜੀ, ਆਲੇ ਦੁਆਲੇ ਇਹਦੇ ਚਾਹ ਦੁੱਧ ਜਾਂ ਪਾਣੀ ਪੈਂਦਾ ਜੀ। ਇਹਨੂੰ ਹਮਾਮ ਕਹਿੰਦੇ ਆ ਜੀ। ਇਹ ਆਮ ਲੋਕ ਵਰਤਦੇ ਜੀ ਕਿ ਸ਼ਾਹੀ ਘਰਾਣੇ ਦੀਆਂ ਚੀਜ਼ਾਂ? ਸ਼ਾਹੀ ਜੀ, ਸ਼ਾਹੀ। ਆਮ ਦੀ ਨਹੀਂ ਤੀ, ਇਹ ਸ਼ਾਹੀ ਘਰਾਣੇ ਦੀਆਂ ਚੀਜ਼ਾਂ ਦੀ ਜੀ। ਹਾਂਜੀ। ਤੇ ਇਹਦੇ ਵਿੱਚ ਮਤਲਬ ਕਿ ਕੁਝ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਪਿੱਤਲ ਦੀਆਂ ਹੀ ਨਜ਼ਰ ਆਉਂਦੀਆਂ? ਪਿੱਤਲ, ਕਾਂਸੀ, ਤਾਂਬਾ। ਅੱਛਾ ਜੀ। ਹਾਂਜੀ, ਇਹ ਜ਼ਿਆਦਾ ਚੀਜ਼ਾਂ ਇਹਨਾਂ ਦੀਆਂ। ਕੁਝ ਲੋਹੇ ਦੇ ਨਿਓਲ ਹੋ ਗਏ, ਜਿੰਦੇ, ਚਾਬੀਆਂ, ਇਹ ਲੋਹੇ ਦੇ ਹੋ ਗਏ। ਤੇ ਪਿੱਤਲ ਦਾ ਸਮਾਨ ਸਭ ਤੋਂ ਵੱਧ ਆ, ਕਾਂਸੀ ਦਾ, ਤਾਂਬੇ। ਤੇ ਇਹ ਪਰਸ ਪਿਆ ਜੀ ਭੈਣਾਂ ਦਾ? ਹਾਂ, ਇਹ ਪਿੱਤਲ ਦਾ ਪਰਸ ਆ ਜੀ। ਇਹ ਵੀ ਬਹੁਤ ਜ਼ਿਆਦਾ ਪੁਰਾਣਾ, ਕਿਸੇ ਨਵਾਬਾਂ ਨੂਬਾਂ ਦੇ ਘਰ ਦਾ, ਤਕੜੇ ਦੇ ਰਾਜਿਆਂ ਦੇ ਜੀ ਮੰਨ ਲਓ। ਹਾਂ। ਤੇ ਉਹ ਹੱਥਕੜੀਆਂ ਪਿੱਛੇ ਜੀ ਜਾਂ ਨਹੀਂ, ਉਹ ਨਿਓਲਾਂ ਜੀ ਊਂਟਾਂ ਦੇ ਪੈਰਾਂ ਨੂੰ ਲਾਉਣੇ ਵਾਲੇ। ਅੱਗੇ ਊਂਟਾਂ ਦੀ ਚੋਰੀ ਵੱਧ ਹੁੰਦੀ ਸੀ ਜੀ, ਊਂਟਾਂ ਨੂੰ ਚੋਰੀ ਤੇ ਬਚਾਉਣ ਲਈ ਇਹ ਨਿਓਲ ਲਾ ਦਿੰਦੇ ਤੇ ਉਹਨਾਂ ਦੇ ਪੈਰਾਂ ਨੂੰ। ਊਂਟਾਂ ਦੇ ਜਾਂ ਘੋੜਿਆਂ ਦੇ ਇੱਕ ਹੱਥਕੜੀ ਆ, ਬਾਕੀ ਇਹ ਨਿਓਲ ਆ ਜੀ। ਤੇ ਇੱਧਰ ਜਿਹੜਾ ਸਮਾਨ ਪਿਆ ਜੀ, ਰੋਟੀ ਦੇ ਡੱਬੇ ਸਮਝ ਆਉਂਦੇ ਆ ਇਹ ਚੀਜ਼? ਇਹ ਟਿਫਨ ਆ ਜੀ, ਕੁਝ ਜਿਊਲਰੀ ਬਾਕਸਾਂ, ਕੁਝ ਆਪਣੇ ਪਾਨਦਾਨ ਆ ਜੀ, ਕੁਝ ਗੱਲੇ ਆ ਜੀ, ਕੁਝ ਰੋਟੀਆਂ ਵਾਲੇ ਡੱਬੇ ਆ, ਤੂੰਬਾ ਹੋ ਗਿਆ ਜੀ, ਥਾਲ ਹੋ ਗਏ, ਗਲਾਸੀਆਂ ਛੋਟੀਆਂ ਬੱਚਿਆਂ ਵਾਲੀਆਂ, ਮੋਮਬੱਤੀ ਸਟੈਂਡ, ਗੜਬੀਆਂ ਜੀ, ਆ ਸਮਾਨ। ਇੱਕ ਉਹ ਲੱਕੜ ਦਾ ਪਿਆ ਜੀ, ਉਹ ਗੱਡਾ ਕੀ ਹੈ ਜੀ ਉਹ? ਹਾਂ, ਉਹਨੂੰ 2 ਪਹੀਏ ਲੱਗੇ ਵੇ ਆ ਜੀ। ਉਹ ਗੱਡਾ ਹੈ ਜੀ, ਉਹ ਇੱਕ ਬੱਚਾ ਬਹਿ ਜਾਂਦਾ ਤਾਂ ਇੱਕ ਖਿੱਚਦਾ ਹੁੰਦਾ ਤਾ ਜੀ, ਉਹਨੂੰ ਗੱਡਾ ਕਹਿੰਦੇ ਆ ਜੀ। ਇਹ ਕਿੰਨਾ ਕੁ ਪੁਰਾਣਾ ਹੈ ਜੀ? ਇਹ 70 ਕੁ ਸਾਲ ਪੁਰਾਣਾ ਹੋਊਗਾ ਜੀ। ਹਾਂਜੀ। ਊਂਟ ਦੀ ਕਾਠੀ ਪਈ ਆ ਜੀ, ਖੁੰਝੇ 'ਚ ਉਹ ਕਪਾਹ ਵੇਲਣੀਆਂ ਪਈਆਂ, ਆ ਚਰਖੀ ਪਈ ਆ, ਆਪਣਾ ਜਾਲਾ ਹੋ ਗਿਆ ਤੂੜੀ ਢੋਣੇ ਵਾਲਾ, ਕੰਡੇ ਖੂਹ 'ਚ ਫੇਰਨੇ ਵਾਲੇ, ਡੋਲਚੀਆਂ, ਛਾਲਣੇ ਹੋ ਗਏ, ਗਢੀਰਨਾ ਹੋ ਗਿਆ ਜੀ, ਸ਼ੱਕਰ ਮਾਲਣੇ ਵਾਲਾ ਪਿੱਸੂ, ਲੱਕੜ ਦੀਆਂ ਮਧਾਣੀਆਂ ਜੀ, ਗਾਗਰਾਂ, ਦੂਣੇ, ਦੇਜ ਕੇ ਵੀ ਦੇਗ ਬਰੇ ਹੋ ਗਏ ਜੀ ਦਾਲਾਂ ਬਣਾਉਣ ਤੇ, ਤੱਕੜੀਆਂ ਹੋ ਗਈਆਂ, ਪਸਾਰੀ ਵਾਲੀ ਤੱਕੜੀ ਜੁਦੀ ਆ, ਸੁਨਿਆਰ ਵਾਲੀ ਜੁਦੀ ਆ, ਮਸਾਲੇ ਤੋਲਣੇ ਵਾਲੀ ਜੁਦੀ ਆ, ਅਫੀਮ ਵਾਲੀ ਤੋਲਣੇ ਵਾਲੀ ਜੁਦੀ ਆ। ਵੀ ਆਪਣੇ ਬਾਲਟੀਆਂ ਹੋ ਗਈਆਂ ਜੀ ਕਲਕੱਤੇ ਵਾਲੀਆਂ, ਛਿੱਕੂ, ਬੋਈਏ, ਵੀ ਇੱਕਣ ਕਿਹੜੇ ਕੋਈ ਹਿਸਾਬ ਆ ਜੀ ਸਮਾਨ ਦਾ। ਜੇ ਕੱਲੀ ਚੀਜ਼ ਪੁੱਛ ਤਾਂ 2-3 ਦਿਨ 'ਚ ਇਹਨਾਂ ਦਾ ਹਿਸਾਬ ਕਿਤਾਬ ਨਹੀਂ ਪੜੂਗਾ। ਤੇ ਬਾਈ ਜਿਵੇਂ ਆਪਾਂ ਦੇਖਦੇ ਆਂ ਵਿਆਹਾਂ ਦੇ ਵਿੱਚ ਤਾਂ ਜਦੋਂ ਹੁਣ ਸਜਾਵਟ ਦੇਖੀ ਦੀ ਆ ਬਣਾਉਟੀ ਹੈ, ਪਰ ਇਹ ਤਾਂ ਇਹਦਾ ਤਾਂ ਤੁਹਾਨੂੰ ਕਿਰਾਇਆ ਵੀ ਵਧੀਆ ਮਿਲ ਸਕਦਾ, ਤਾਂ ਤੁਸੀਂ ਕਿਉਂ ਨਹੀਂ ਇਹ ਚੀਜ਼ਾਂ ਤਾਂ ਕਿ ਉੱਥੇ ਵੀ ਹਾਈਲਾਈਟ ਹੋ ਸਕਣ ਤੇ ਤੁਹਾਡੀ ਆਮਦਨ ਦਾ ਵੀ ਇਹ ਸਾਧਨ ਬਣ ਸਕੇ, ਉਹ ਕਿਉਂ ਨਹੀਂ ਕਰਨਾ ਚਾਹੁੰਦੇ ਤੁਸੀਂ? ਵੀ ਕਿਰਾਇਆ ਮੈਂ ਸਮਝਿਆ ਨਹੀਂ ਜੀ ਕਿਵੇਂ? ਵੀ ਜਿਵੇਂ ਕੋਈ ਵਿਆਹ ਦੇ ਵਿੱਚ ਕਹੇ ਵੀ ਤੁਸੀਂ ਆਪਣੇ ਆ ਗਲਾਸ ਅਸੀਂ ਇੱਕ ਰੱਖਣੇ ਆ, ਹੈ ਨਾ ਜੀ, ਡਿਸਪਲੇ ਕਰਨੇ ਆ। ਹਾਂਜੀ। ਵਰਤਣੇ ਨਹੀਂ ਆ, ਸਿਰਫ ਡਿਸਪਲੇ ਕਰਨਾ, ਇਹ ਸਮਾਨ ਹੋ ਗਿਆ, ਹੈ ਨਾ ਜੀ, ਹੋਰ ਚੀਜ਼ਾਂ, ਜੱਗ ਵਗੈਰਾ, ਤੇ ਉਹ ਤੁਹਾਨੂੰ ਕਿਰਾਇਆ ਵੀ ਦੇਣ, ਤਾਂ ਇਸ ਤਰ੍ਹਾਂ ਤੁਸੀਂ ਲਿਜਾ ਸਕਦੇ ਹੋ ਜੀ? ਜੇ ਕੋਈ ਕਹੇ ਜੀ ਲੈ ਜੂਗੇ, ਦੇਖੋ ਗੱਲ ਤਾਂ ਮੇਰੀ ਆਮਦਨ ਵੱਧ ਜੂਗੀ, ਆਮਦਨ ਦੀ ਤਾਂ ਚਲੋ ਖਾਦੇ ਉਹੀ ਆਪਾਂ ਇਹਦੇ ਵਿੱਚ ਸਮਾਨ ਲਿਆ ਕੇ ਹੋਰ ਪਾ ਲੂੰਗੇ। ਜੇ ਕੋਈ ਕਹੇ ਕੋਈ ਜਵਾਬ ਨਹੀਂ ਹੈਗਾ, ਆਪਾਂ ਜਿਹੜੀ ਚੀਜ਼ ਮੰਗੂਗਾ ਤਾਂ ਕਿਰਾਏ ਪਰ ਦੇ ਦੂੰਗੇ, ਤਾਂ ਇਹਦੇ ਵਿੱਚ ਇਹੀ ਸਮਾਨ ਦਾ ਹੀ ਵਾਧਾ ਕਰਨਾ ਹੈ ਆਪਾਂ ਨੇ। ਕੋਈ ਇਹਦੇ ਵਿੱਚ ਘਰ ਦਾ ਨੂਣ ਤੇਲ ਨਹੀਂ ਚਲਾਉਣਾ ਹੈ, ਇਹਦੇ ਵਿੱਚ ਆਹੀ ਸਮਾਨ ਲਿਆ ਕੇ ਪਾਉਣਾ ਹੈ।
ਉਹੀ ਕੋਈ ਚਲੋ ਵੱਧ ਤਕੜਾ ਟੱਕਰ ਵੀ 2 ਕਮਰੇ ਬਣਾ ਕੇ ਇਹਦੇ ਕੱਲੀ ਚੀਜ਼ ਨੂੰ ਆਪਾਂ ਲਿਖ ਕੇ ਲਾ ਦੂੰਗੇ। ਹੁਣ ਹਰੇਕ ਚੀਜ਼ ਬਾਰੇ ਦੱਸਣਾ ਪੈਂਦਾ ਹੈ। ਫਿਰ ਜੇ ਆਪਣੇ ਕੋਲ ਜਗ੍ਹਾ ਹੋਵੇ ਤਾਂ ਆਪਾਂ ਕੱਲੀ ਚੀਜ਼ ਨੂੰ ਲਿਖ ਕੇ ਐਨ ਵਧੀਆ ਤਰੀਕੇ ਨਾਲ ਉਹਦੇ ਵਿੱਚ ਲਾ ਦੂੰਗੇ ਜੀ। ਹਾਂਜੀ ਸੋ ਬਿਲਕੁਲ ਬਾਈ ਜੀ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹ ਵੀ ਇੱਕ ਤਰੀਕਾ ਹੈਗਾ ਬਈ, ਕਿਉਂਕਿ ਹੁਣ ਤੱਕ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਨਮਾਨ ਨਹੀਂ ਮਿਲਿਆ ਹੈ ਨਾ, ਅਤੇ ਇਹ ਵੀ ਇੱਕ ਸਨਮਾਨ ਹੈ ਔਰ ਇਹਨਾਂ ਦੀ ਮਿਹਨਤ ਹੈ। ਮਿਹਨਤ ਤੁਸੀਂ ਤੁਹਾਨੂੰ ਫ਼ੋਨ ਨੰਬਰ ਦਿੱਤਾ ਅਸੀਂ ਬਾਈ ਜੀ ਹੋਰਾਂ ਦਾ, ਅਤੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਬਾਈ ਜੀ ਹੋਰਾਂ ਦੇ ਨਾਲ ਸੰਪਰਕ ਕਰਕੇ ਜੇ ਤੁਹਾਨੂੰ ਲੱਗਦਾ ਵੀ ਸਾਡੇ ਵਿਆਹ ਦੇ ਵਿੱਚ ਵਧੀਆ ਡੈਕੋਰੇਸ਼ਨ ਦਾ ਸਮਾਨ, ਕਿਉਂਕਿ ਅੱਜ ਕੱਲ੍ਹ ਇਸੇ ਤਰ੍ਹਾਂ ਦਾ ਬਣਾਇਆ ਹੁੰਦਾ ਪਰ ਉਹ ਅਸਲੀ ਨਹੀਂ ਹੁੰਦਾ, ਇਹ ਨਾਲੇ ਅਸਲੀ ਹੈ ਵੀ ਕਿਸੇ ਤਰ੍ਹਾਂ ਦੇ ਨਾਲ ਅਸੀਂ ਮਦਦ ਕਰ ਸਕਦੇ ਹਾਂ। ਤਾਂ ਬਾਈ ਜੀ ਨੇ ਕਿਹਾ ਵੀ ਜਿਹੜਾ ਮੈਨੂੰ ਆਮਦਨ ਹੋਊਗੀ ਮੈਂ ਉਹਦੇ ਨਾਲ ਆਪਣੇ ਹੋਰ ਸਮਾਨ ਜਿਹੜਾ ਹੈਗਾ ਕੀਮਤੀ ਪੁਰਾਣਾ ਪਿਆ ਜਿੱਥੇ ਜਿੱਥੇ ਉਹ ਮੈਂ ਪੂਰਾ ਕਰਾਂਗਾ, ਉਹ ਖਰੀਦਾਂਗੇ, ਅਤੇ ਨਾਲ ਇੱਕ ਕਮਰਾ ਪਾ ਕੇ ਡਿਸਪਲੇ ਕਰਕੇ ਵਧੀਆ ਤਰ੍ਹਾਂ ਦੇ ਨਾਲ ਮਤਲਬ ਕਿ ਦੱਸਣਾ ਨਾ ਪਵੇ ਜ਼ਿਆਦਾ, ਉਹਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ ਹਰ ਸਮਾਨ ਦੇ ਬਾਰੇ। ਤਾਂ ਜ਼ਰੂਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੰਜਾਬੀ ਵਿਰਾਸਤ ਨੂੰ, ਆਪਣੇ ਸੱਭਿਆਚਾਰ ਨੂੰ, ਕਲਚਰ ਨੂੰ ਬਚਾ ਸਕੀਏ, ਤਾਂ ਬਾਈ ਜੀ ਹੋਰਾਂ ਦਾ ਸਾਨੂੰ ਸਾਥ ਜ਼ਰੂਰ ਦੇਣਾ ਚਾਹੀਦਾ। ਉਹ ਕਿਵੇਂ ਕਰਕੇ ਵੀ ਤੁਸੀਂ ਦੇ ਸਕਦੇ ਹੋ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।